ਤੁਸੀਂ ਪ੍ਰਚਾਰਕ ਤਿਆਰ ਕਰਦੇ ਹੋ, ਅਸੀਂ ਤੁਹਾਡੇ ਪ੍ਰਚਾਰਕਾਂ ਤੋਂ ਜਾਂ ਹੋਰ ਪ੍ਰਚਾਰਕਾਂ ਤੋਂ, ਸਿੱਖ ਵਿਦਵਾਨਾਂ ਤੋਂ ਅੱਜ ਤੱਕ ਨਹੀਂ ਸੁਣਿਆ ਜੀ ਗੁਰੂ ਗੋਬਿੰਦ ਸਿੰਘ ਗੋਬਿੰਦ ਰਮਾਇਣ ਵੀ ਲਿਖਦੇ ਰਹੇ ਜੀ। ਨਰਿੰਦਰ ਮੋਦੀ ਸਾਹਿਬ ਤਾਂ ਕਹਿੰਦੇ ਆ ਜੀ गुरु गोविंद सिंह जी ने तो खुद गोविंद रामायण लिखी है। ਗੋਬਿੰਦ ਨਾਂ ਦੇ ਪੰਡਤ ਜੀ ਨੇ ਇੱਕ ਰਮਾਇਣ ਲਿਖੀ ਹੈ, ਪਰ ਸਾਨੂੰ ਸ਼ੱਕ ਹੈ, ਸਾਨੂੰ ਚਿੰਤਾ ਹੈ ਕਿਤੇ ਆਉਣ ਵਾਲੇ ਸਮੇਂ ਵਿੱਚ ਉਹ ਗੋਬਿੰਦ ਪੰਡਤ ਜੀ ਨੂੰ ਹੀ ਕਿਤੇ ਗੁਰੂ ਗੋਬਿੰਦ ਸਿੰਘ ਸਾਬਤ ਕਰਕੇ ਇਹ ਰਮਾਇਣ ਗੁਰੂ ਗੋਬਿੰਦ ਸਿੰਘ ਜੀ ਦੀ ਨਾ ਦੱਸ ਦਿੱਤੀ ਜਾਵੇ। रामचंद्र जी के जो बड़े पुत्र लव थे उनके वंशज हैं गुरु गोविंद सिंह जी। ਬਾਂਦਰ ਤੋਂ ਤਰੱਕੀ ਕਰਕੇ ਮਨੁੱਖ ਹੋਂਦ ਦੇ ਵਿੱਚ ਆਇਆ ਤੇ ਇਹ ਪੁਜਾਰੀ ਲੋਕ ਜਿਹੜੇ ਆ ਸ਼ਾਇਦ ਉੱਥੇ ਨਾ ਪਹੁੰਚ ਜਾਣ ਵੀ ਅਸੀਂ ਸਾਰੇ ਬਾਂਦਰ ਦੀ ਔਲਾਦ ਹੈ। ਮੈਂ ਧੰਨਵਾਦ ਕਰਦਾ ਹਾਂ ਸਰਦਾਰ ਅਵਤਾਰ ਸਿੰਘ ਜੀ ਹਿੱਤ ਜਦੋਂ ਪ੍ਰਧਾਨ ਬਣੇ, ਉਹਨਾਂ ਨੇ ਸਭ ਤੋਂ ਪਹਿਲਾਂ ਆ ਕੇ ਜਿਹੜਾ ਇਹ ਇੱਕ ਬਹਿਰੂਪੀਆ ਬੈਠਾ ਹੋਇਆ ਸੀ ਨਾ, ਉਹਨਾਂ ਨੇ ਬਹੁਤ ਵੱਡੀ ਇਹ ਜ਼ਰੂਰਤ ਕੀਤੀ, ਨਹੀਂ ਕੋਈ ਹਿਲਾ ਨਹੀਂ ਸਕਦਾ ਸੀ। ਇੱਦਾਂ ਹੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਚੱਕ ਕੇ ਦਰਿਆਵਾਂ 'ਚ ਸਿੱਟੇ, ਹਜ਼ਾਰਾਂ ਬੀੜਾਂ ਜਿਹੜੀਆਂ ਉਹ ਕੀਤੀਆਂ, ਪਰ ਸਾਡਾ ਗੁਰੂ ਨੂੰ ਕੋਈ ਖਤਮ ਕਰ ਸਕਿਆ। ਬਾਕੀ ਗੁਰੂਆਂ ਨੂੰ ਹਰ ਵੇਲੇ ਬਾਡੀਗਾਰਡਾਂ ਦੀ ਲੋੜ ਹੈ, ਹਰ ਵੇਲੇ ਡਾਕਟਰਾਂ ਦੀ ਲੋੜ ਹੈ, ਕਿਤੇ ਫੂਕ ਨਾ ਕੱਢ ਦੇਵੇ ਕੋਈ, ਹੋਰ ਕੁਝ ਨਾ ਕਰ ਦੇਵੇ, ਪਰ ਸਾਡੇ ਗੁਰੂ ਮਗਰ ਦੇਖੇ ਕਦੀ ਬਾਡੀਗਾਰਡ। ਸ਼ਾਹੀ ਇਮਾਮ ਸਾਹਿਬ ਨੇ ਤਾਂ ਕਿਹਾ ਸੀ ਅਜੇ ਸਾਰੀ ਦੁਨੀਆ ਸਿਆਣੀ ਨਹੀਂ ਹੋਈ, ਪਰ ਸਾਡੀ ਬਦਕਿਸਮਤੀ ਵੀ ਅਸੀਂ ਸਿੱਖੇ ਹੀ ਸਿਆਣੇ ਨਹੀਂ ਹੋਏ। ਸਾਡੇ ਵਿੱਚ ਇੱਦਾਂ ਦਾ ਬਿਕਾਊ ਮਾਲ ਹੈ ਜਿਨ੍ਹਾਂ ਦੀਆਂ ਤੁਸੀਂ ਗੱਲਾਂ ਕਰ ਰਹੇ ਹੋ, ਜਿਨ੍ਹਾਂ ਤੋਂ ਸਵਾਲ ਪੁੱਛ ਰਹੇ ਹੋ ਵੀ ਉਹਨੇ ਆਹ ਕਹਿਤਾ, ਉਹ ਭੁੱਖ ਨੰਗ ਦੀ ਲੜਾਈ ਲੜ ਰਹੇ ਆ। ਉਹ ਜਿੱਧਰ ਤੇ ਬੁਰਕੀ ਮਿਲਦੀ ਹੈ ਉੱਧਰ ਉਹ ਕਹਿ ਦਿੰਦੇ ਆ ਵੀ ਜੀ ਬਸ ਇਹ ਅਸੀਂ ਵੀ ਉਹਨਾਂ 'ਚੋਂ ਹੀ ਹਾਂ। ਅਤੇ ਅਸੀਂ ਪਹਿਲਾਂ ਵਿਦੇਸ਼ੀਆਂ ਨਾਲ ਲੜਦੇ ਰਹੇ, ਅਤੇ ਜਦੋਂ ਵਿਦੇਸ਼ੀ ਹਟ ਕੇ ਅੰਗਰੇਜ਼ਾਂ ਨਾਲ ਲੜੇ, ਅੰਗਰੇਜ਼ਾਂ ਦੇ ਬਾਅਦ ਹੁਣ ਵੀ ਲੜਾਈ ਜਾਰੀ ਹੈ, ਅਤੇ ਉਹਦੇ ਬਾਅਦ ਜੇ ਕਿਤੇ ਨਾ ਬਣੇ ਤਾਂ ਅਸੀਂ ਆਪਸ ਵਿੱਚ ਲੜਦੇ ਰਹਿੰਦੇ। ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਇਸ ਦਾ ਸੱਦਾ ਪੱਤਰ ਦਿੱਤਾ ਗਿਆ ਸੀ ਪਰ ਉਹ ਗਏ ਨਹੀਂ ਜੀ, ਇਹਨੂੰ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ? ਜੇ ਜਥੇਦਾਰ ਸਾਹਿਬ ਚੱਲ ਵੀ ਜਾਂਦੇ ਨਾ ਤਾਂ ਮੈਨੂੰ 100% ਆਸ ਹੈ ਉਹਨਾਂ ਨੇ ਆਪਣੀ ਗੱਲ ਉਵੇਂ ਹੀ ਕਰਨੀ ਸੀ, ਠੋਕ ਵਜਾ ਕੇ, ਜਿਵੇਂ ਕਰਤਾਰਪੁਰ ਦੇ ਲਾਂਘੇ ਵੇਲੇ ਕੀਤੀ ਸੀ। 370 ਧਾਰਾ ਕਸ਼ਮੀਰ ਦੀ, ਔਰ ਜੋ ਸੰਬੋਧਨ ਕੀਤਾ ਸੀ ਤੁਹਾਨੂੰ ਸਾਰਿਆਂ ਨੂੰ ਚੇਤੇ ਹੈ। ਸੱਚੇ ਪਾਤਸ਼ਾਹ ਵਾਘੇ ਵਾਲੀ ਲੀਡ ਜਿਹੜੀ ਹੈ ਉਹ ਮੇਟਦੇ। ਸਿੱਖ ਕੌਮ ਹਮੇਸ਼ਾ ਜ਼ੁਲਮ ਦੇ ਖਿਲਾਫ ਰਹੀ ਹੈ। ਉਹ ਜ਼ੁਲਮ ਜਿਹੜਾ ਹੈ ਚਾਹੇ ਕਸ਼ਮੀਰ ਦੇ ਪੰਡਤਾਂ ਤੇ ਹੋਵੇ ਤੇ ਚਾਹੇ ਕਸ਼ਮੀਰ ਦੇ ਮੁਸਲਮਾਨਾਂ ਤੇ ਹੋਵੇ, ਸਿੱਖ ਕੌਮ ਨੇ ਹਮੇਸ਼ਾ ਜਿਹੜਾ ਹੈ ਉਹ ਡਟ ਕੇ ਵਿਰੋਧ ਕੀਤਾ ਹੈ ਔਰ ਵਿਰੋਧ ਕਰਦੀ ਰਹੇਗੀ। ਉਹ ਵੀ ਕੇਵਲ ਇਹੀ ਗੱਲ ਸਾਬਤ ਕਰਨ ਵਾਸਤੇ ਹੈ ਕਿ ਸਿੱਖ ਹਿੰਦੂਆਂ 'ਚੋਂ ਹੋਣ ਕਰਕੇ ਹਿੰਦੂ ਕੌਮ ਦਾ ਹੀ ਹਿੱਸਾ ਹੈ, ਜਦ ਕਿ ਸਿੱਖਾਂ ਵਿੱਚ ਈਸਾਈ ਵੀ ਸਿੱਖ ਬਣੇ ਆ ਕੇ। ਮੁਸਲਮਾਨਾਂ ਦੇ ਅਨੇਕਾਂ ਦੇ ਨਾਮ ਅਸੀਂ ਦੇ ਸਕਦੇ ਹਾਂ ਜਿਨ੍ਹਾਂ ਨੇ ਅੰਮ੍ਰਿਤ ਛਕ ਕੇ ਸਿੰਘ ਬਣ ਗਿਆ, ਤਾਂ ਇਹ ਮਤਲਬ ਉਹ ਆਪਣੇ ਆਪ ਨੂੰ ਮੁਸਲਮਾਨ ਸਮਝੀ ਜਾਣ ਅਤੇ ਹਿੰਦੂ ਹਿੰਦੂ ਸਮਝੀ ਜਾਣ। ਸਿੱਖ ਕਿੱਥੇ ਰਹੇ ਫਿਰ? 5 ਅਗਸਤ 2020 ਨੂੰ ਰਾਮ ਮੰਦਿਰ ਦਾ ਨੀਂਹ ਪੱਥਰ ਰੱਖਿਆ ਗਿਆ। ਰਾਮ ਮੰਦਿਰ ਦੀ ਉਸਾਰੀ ਆਰੰਭੀ ਗਈ ਹੈ ਅਤੇ ਉਸ ਉਸਾਰੀ ਦਾ ਨੀਂਹ ਪੱਥਰ ਰੱਖਿਆ ਗਿਆ, ਜਿਸ ਦੇ ਵਿੱਚ ਜਿੱਥੇ ਵੱਖ-ਵੱਖ ਧਰਮਾਂ ਦੇ ਲੋਕ ਸ਼ਾਮਿਲ ਹੋਏ, ਉੱਥੇ ਹੀ ਇਸ ਮੌਕੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਪਹੁੰਚੇ, ਜਿਨ੍ਹਾਂ ਨੇ ਉੱਥੇ ਆਏ ਲੋਕਾਂ ਨੂੰ, ਵਿਦਵਾਨਾਂ ਨੂੰ ਅਤੇ ਮੀਡੀਆ ਰਾਹੀਂ ਸੰਬੋਧਨ ਕੀਤਾ। ਆਪਣੇ ਸੰਬੋਧਨ ਦੌਰਾਨ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਨੇ ਦੱਸਿਆ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੀ ਗੋਬਿੰਦ ਰਮਾਇਣ ਲਿਖਦੇ ਸੀ, ਜਿਸ ਨੂੰ ਸੁਣ ਕੇ ਸਿੱਖਾਂ ਨੂੰ ਬਹੁਤ ਹੈਰਾਨਗੀ ਵੀ ਹੋਈ ਅਤੇ ਇਸ ਚੀਜ਼ ਦੀ ਆਲੋਚਨਾ ਹੋ ਰਹੀ ਹੈ ਅਤੇ ਇਸ ਨੂੰ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਕੀਤਾ ਜਾ ਰਿਹਾ। ਪਰ ਅਸੀਂ ਉਹਨਾਂ ਸੰਸਥਾਵਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਹਾਂ, ਉਹ ਬੇਸ਼ੱਕ ਵੱਖ-ਵੱਖ ਜਥੇਬੰਦੀਆਂ ਦੇ ਵਿੱਚ ਹੋਵੇ, ਉਹਨਾਂ ਮੁਖੀਆਂ ਤੱਕ ਜਿਹੜੇ ਪ੍ਰਚਾਰਕਾਂ ਨੂੰ ਤਿਆਰ ਕਰਦੇ ਨੇ, ਜਿਹੜੇ ਪ੍ਰਚਾਰਕ ਸਿੱਖ ਪ੍ਰਚਾਰਕ ਪੈਦਾ ਕਰਦੇ ਨੇ, ਕਿਉਂਕਿ ਉਹਨਾਂ ਪ੍ਰਚਾਰਕਾਂ ਦੇ ਮੂੰਹੋਂ ਵੀ ਅਸੀਂ ਕਦੀ ਸੁਣਿਆ ਨਹੀਂ ਵੀ ਗੋਬਿੰਦ ਰਮਾਇਣ ਵੀ ਲਿਖਦੇ ਰਹੇ ਆ ਗੁਰੂ ਗੋਬਿੰਦ ਸਿੰਘ ਜੀ।
ਵੀ ਜਦੋਂ ਦੇਸ਼ ਦਾ ਪ੍ਰਧਾਨ ਮੰਤਰੀ ਕਹਿ ਰਿਹਾ ਤਾਂ ਕਿਸੇ ਤੱਥ ਦੇ ਆਧਾਰ ਤੇ ਹੋਊਗਾ, ਤੇ ਪ੍ਰਚਾਰਕ ਤਿਆਰ ਕਰਨ ਵਾਲੀਆਂ ਸੰਸਥਾਵਾਂ ਇਹ ਗੱਲ ਕਿਉਂ ਲੁਕਾਉਂਦੀਆਂ ਰਹੀਆਂ? ਕੀ ਇਹਦੇ ਵਿੱਚ ਓਲਾ ਜਾਂ ਫਿਰ ਕੀ ਦਲੀਲ ਆ ਉਹਨਾਂ ਦੇ ਕੋਲ? ਇਸ ਬਾਰੇ ਗੱਲਬਾਤ ਕਰਨ ਦੇ ਲਈ ਅਸੀਂ ਅੱਜ ਸ੍ਰੀ ਅਨੰਦਪੁਰ ਸਾਹਿਬ ਸਿੱਖ ਮਿਸ਼ਨਰੀ ਕਾਲਜ ਦੇ ਪ੍ਰਿੰਸੀਪਲ ਸੁਰਿੰਦਰ ਸਿੰਘ ਜੀ ਦੇ ਕੋਲ ਆਏ ਹਾਂ, ਜਿਹੜੇ ਇਸ ਦੇ ਉੱਤੇ ਆਪਣੀ ਵਿਚਾਰ ਦੇਣਗੇ। ਤੇ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਪ੍ਰਿੰਸੀਪਲ ਸਾਹਿਬ, ਤੁਸੀਂ ਕਿਵੇਂ ਵੇਖਦੇ ਹੋ? ਤੁਸੀਂ ਪ੍ਰਚਾਰਕ ਤਿਆਰ ਕਰਦੇ ਹੋ। ਅਸੀਂ ਤੁਹਾਡੇ ਪ੍ਰਚਾਰਕਾਂ ਤੋਂ ਜਾਂ ਹੋਰ ਪ੍ਰਚਾਰਕਾਂ ਤੋਂ, ਸਿੱਖ ਵਿਦਵਾਨਾਂ ਤੋਂ ਅੱਜ ਤੱਕ ਨਹੀਂ ਸੁਣਿਆ ਜੀ ਗੁਰੂ ਗੋਬਿੰਦ ਸਿੰਘ ਗੋਬਿੰਦ ਰਾਮਾਇਣ ਵੀ ਲਿਖਦੇ ਰਹੇ ਜੀ। ਨਰਿੰਦਰ ਮੋਦੀ ਸਾਹਿਬ ਤਾਂ ਕਹਿੰਦੇ ਆ ਜੀ। ਜਗਦੀਪ ਸਿੰਘ ਜੀ, ਜੀ ਤੁਹਾਡਾ ਧੰਨਵਾਦ ਕਰਦਾ ਹਾਂ ਕਿ ਤੁਸੀਂ ਆਪਣਾ ਕੀਮਤੀ ਟਾਈਮ ਕੱਢ ਕੇ ਦਾਸ ਨੂੰ ਇਸ ਦੇ ਯੋਗ ਸਮਝਿਆ ਕਿ ਪੰਥਕ ਮੁੱਦਿਆਂ ਬਾਰੇ ਕੋਈ ਗੱਲ ਕਰ ਸਕੀਏ। ਜੀ ਪਹਿਲਾਂ ਵੀ ਸਮੇਂ-ਸਮੇਂ 'ਤੇ ਤੁਸੀਂ ਮਾਣ ਦਿੱਤਾ, ਮੈਂ ਤੁਹਾਡਾ ਧੰਨਵਾਦ ਕਰਦਾ, ਤੁਹਾਡੇ ਚੈਨਲ ਦਾ ਧੰਨਵਾਦ ਕਰਦਾ ਹਾਂ। ਜਿੱਥੋਂ ਤੱਕ ਅੱਜ ਜਦੋਂ ਰਾਮ ਮੰਦਿਰ ਦਾ ਨੀਂਹ ਪੱਥਰ ਰੱਖਿਆ ਗਿਆ, ਹਰ ਬੰਦੇ ਨੂੰ, ਹਰ ਧਰਮ ਨੂੰ ਆਪਣੇ ਆਪਣੇ ਧਰਮ ਦੇ ਮੁਤਾਬਕ ਜ਼ਿੰਦਗੀ ਜਿਉਣ ਦਾ ਹੱਕ ਹੈ। ਜੀ ਆਪਣੇ ਧਾਰਮਿਕ ਸਥਾਨਾਂ ਦੀ ਸੇਵਾ ਸੰਭਾਲ ਹਰ ਇਨਸਾਨ ਨੂੰ ਕਰਨ ਦੇ ਲਈ ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੇ ਇਹ ਸ਼ਹਾਦਤ ਦਾ ਜਾਮ ਪੀਤਾ ਸੀ। ਤਿਲਕ ਜੰਜੂ ਰਾਖਾ ਪ੍ਰਭ ਤਾਂਕਾ, ਕੀਨੋ ਵੱਡੋ ਕਲੂ ਮੈਂ ਸਾਕਾ, ਜੀ ਧਰਮ ਹੇਤ ਸਾਕਾ ਜਿਨ ਕੀਆ, ਸੀਸ ਦਿਆ ਪਰ ਸਿਰੜ ਨਾ ਦਿਆ। ਤੇ ਗੁਰੂ ਪਾਤਸ਼ਾਹ ਨੇ ਵੀ ਆਪਣੀ ਪਾਵਨ ਬਾਣੀ ਵਿੱਚ, ਗੁਰੂ ਪਾਤਸ਼ਾਹ ਦੇ ਪਾਵਨ ਬਚਨ ਹਨ ਕਿ ਸਿੱਖ ਨੇ ਆਪਣਾ ਨਿਆਰਾਪਣ ਭਾਵੇਂ ਕਾਇਮ ਰੱਖਣਾ ਹੈ, ਜੀ ਪਰ ਕਿਸੇ ਅਨਧਰਮੀ ਦਾ ਦਿਲ ਨਹੀਂ ਦਿਖਾਣਾ ਕਦੇ ਵੀ। ਉਹਨਾਂ ਨੂੰ ਆਪਣੇ ਧਰਮ ਦੇ ਮੁਤਾਬਕ ਜ਼ਿੰਦਗੀ ਜਿਉਣ ਦਾ, ਆਪਣੇ ਧਰਮ ਕਰਮ ਕਰਨ ਦਾ ਪੂਰਾ ਹੱਕ ਦੇਣਾ। ਜੀ ਬਾਣੀ ਇਸ ਗੱਲ ਦੀ ਗਵਾਹ ਹੈ, ਕੋਈ ਬੋਲੇ ਰਾਮ ਰਾਮ ਕੋਈ ਖੁਦਾਏ, ਕੋਈ ਸੇਵੇ ਗੁਸਈਆਂ ਕੋਈ ਆਲਾਏ, ਜੀ ਕੋਈ ਪੜ੍ਹੇ ਵੇਦ ਕੋਈ ਕਤੇਬ, ਕੋਈ ਓਢੇ ਨੀਲ ਕੋਈ ਸੁਪੇਦ, ਕੋਈ ਕਹੇ ਤੁਰਕ ਕੋਈ ਕਹੇ ਹਿੰਦੂ, ਕੋਈ ਬਾਂਛੇ ਪਿਸਤ ਕੋਈ ਸੁਰਗਿੰਦੂ, ਜੀ ਕਹੋ ਨਾਨਕ ਜਿਨ ਹੁਕਮ ਪਛਾਤਾ, ਪ੍ਰਭ ਸਾਹਿਬ ਕਾ ਤਿੰਨ ਭੇਦ ਜਾਤਾ। ਜੀ ਭਾਵ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਧਾਰਮਿਕ ਆਜ਼ਾਦੀ ਦੀ ਗੱਲ ਕੀਤੀ ਹੈ। ਹਰ ਕਿਸੇ ਨੂੰ ਆਪਣੇ ਧਰਮ ਦੇ ਮੁਤਾਬਕ ਜ਼ਿੰਦਗੀ ਜਿਉਣ ਦਾ ਹੱਕ ਹੈ। ਜੀ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੇ ਜੋ ਇਹ ਗੱਲ ਆਖੀ, ਮੈਂ ਪਿਛਲੇ 45 ਕੁ ਸਾਲਾਂ ਤੋਂ ਧਰਮ ਪ੍ਰਚਾਰ ਦੇ ਨਾਲ ਜੁੜਿਆ ਹੋਇਆ ਹਾਂ। ਜੀ ਬੜੇ ਬੜੇ ਵਿਦਵਾਨ, ਸਰਦਾਰ ਕਪੂਰ ਸਿੰਘ ਜੀ IAS ਵਰਗੇ, ਉਹਨਾਂ ਦੀ ਸੰਗਤ ਅਸੀਂ ਕਰਦੇ ਰਹੇ। ਸਰਦਾਰ ਮਹਿੰਦਰ ਸਿੰਘ ਜੀ ਜੋਸ਼ ਔਰ ਪ੍ਰੋਫੈਸਰ ਸਾਹਿਬ ਸਿੰਘ ਜੀ ਵਰਗੀਆਂ ਸ਼ਖਸੀਅਤਾਂ ਸਿੱਖ ਧਰਮ ਦੇ ਵਿੱਚ ਹੋਈਆਂ। ਅੱਜ ਤੱਕ ਕਦੇ ਵੀ ਇਹ ਗੱਲ ਨਹੀਂ ਸੁਣੀ, ਨਾ ਪੜ੍ਹੀ ਕਿਤੇ, ਕਿ ਦਸਮ ਗ੍ਰੰਥ ਨਾਮ ਦੀ ਜੋ ਗ੍ਰੰਥ ਹੈ, ਇਹਦੇ ਬਾਰੇ ਵੀ ਪੰਥ ਵਿੱਚ ਆਦਿ ਕਾਲ ਤੋਂ ਹੀ ਵਾਦ ਵਿਵਾਦ ਹੈ, ਜਦੋਂ ਤੋਂ ਇਹ ਗ੍ਰੰਥ ਹੋਂਦ ਦੇ ਵਿੱਚ ਆਇਆ। ਅਜੇ ਉਹਦੇ ਵਿੱਚ ਤਾਂ ਕ੍ਰਿਸ਼ਨਾ ਅਵਤਾਰ, ਰਾਮਾ ਅਵਤਾਰ ਦੀ ਗੱਲ ਸੁਣੀ ਹੈ, ਪਰ ਅੱਜ ਪ੍ਰਧਾਨ ਮੰਤਰੀ ਜੀ ਦੇ ਮੁਖ ਤੋਂ ਇਹ ਗੱਲ ਸੁਣ ਕੇ ਬੜੀ ਭਾਰੀ ਹੈਰਾਨੀ ਹੋਈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਗੋਬਿੰਦ ਰਾਮਾਇਣ ਲਿਖੀ ਸੀ। ਵੈਸੇ ਪਹਿਲ ਕਿਸੇ ਇੱਕ ਵਿਦਵਾਨ ਦੇ ਕੋਲੋਂ ਸੁਣਿਆ ਸੀ ਬਈ ਗੋਬਿੰਦ ਨਾਂ ਦੇ ਪੰਡਤ ਜੀ ਨੇ ਇੱਕ ਰਾਮਾਇਣ ਲਿਖੀ ਹੈ, ਪਰ ਸਾਨੂੰ ਸ਼ੱਕ ਹੈ, ਸਾਨੂੰ ਚਿੰਤਾ ਹੈ ਕਿਤੇ ਆਉਣ ਵਾਲੇ ਸਮੇਂ ਵਿੱਚ ਉਹ ਗੋਬਿੰਦ ਪੰਡਤ ਜੀ ਨੂੰ ਹੀ ਕਿਤੇ ਗੁਰੂ ਗੋਬਿੰਦ ਸਿੰਘ ਸਾਬਤ ਕਰਕੇ ਇਹ ਰਾਮਾਇਣ ਗੁਰੂ ਗੋਬਿੰਦ ਸਿੰਘ ਜੀ ਦੀ ਨਾ ਦੱਸ ਦਿੱਤੀ ਜਾਵੇ। ਐਸੇ ਵਿਦਵਾਨ ਤੋਂ ਕਿਤੇ ਸੁਣਿਆ ਸੀ 25-30 ਸਾਲ ਪਹਿਲਾਂ। ਸੋ ਉਹ ਗੱਲ ਅੱਜ ਚੇਤੇ ਆਈ ਬਈ ਸਾਡੇ ਉਹ ਵਿਦਵਾਨ ਕਿੰਨੇ ਦੂਰ ਅੰਦੇਸ਼ੀ ਸੀ, ਜਿਨ੍ਹਾਂ ਨੇ ਪਹਿਲਾਂ ਹੀ ਸ਼ੰਕਾ ਜ਼ਾਹਰ ਕੀਤਾ ਸੀ। ਸੋ ਅਸੀਂ 25 ਸਾਲ ਤੋਂ ਤਾਂ ਸਿੱਖ ਮਿਸ਼ਨਰੀ ਕਾਲਜ ਹੀ ਨਿਭਾ ਰਹੇ ਹਾਂ। 45 ਸਾਲ ਤੋਂ ਮੈਂ ਲਗਾਤਾਰ ਧਰਮ ਪ੍ਰਚਾਰ ਦੇ ਨਾਲ ਜੁੜਿਆ ਹੋਇਆ ਹਾਂ। ਹਿੰਦੂ ਧਰਮ ਦੇ ਵੀ ਕਈ ਗ੍ਰੰਥਾਂ ਦਾ ਅਧਿਐਨ ਕੀਤਾ, ਨਹੀਂ ਉਹਨਾਂ ਦੇ ਬਾਰੇ ਜਾਣਕਾਰੀ ਪੰਜਾਬੀ ਪੁਸਤਕਾਂ ਵਿੱਚੋਂ ਹੀ ਪੜ੍ਹੀ, ਪਰ ਅੱਜ ਤੱਕ ਇਹ ਗੱਲ ਕਦੇ ਸਾਹਮਣੇ ਨਹੀਂ ਆਈ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕੋਈ ਰਾਮਾਇਣ ਨਾਂ ਦੀ ਚੀਜ਼ ਵੀ ਲਿਖੀ ਹੋਵੇ। ਸੋ ਇਹ ਅੱਜ ਪਹਿਲੀ ਵਾਰੀ ਹੈ। ਮੈਂ ਤਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਬੇਨਤੀ ਕਰਾਂਗਾ ਔਰ ਪੰਜ ਸਿੰਘ ਸਾਹਿਬਾਨ ਨੂੰ, ਕੌਮ ਦੀਆਂ ਵੱਡੀਆਂ ਵੱਡੀਆਂ ਹਸਤੀਆਂ, ਬੁੱਧੀਜੀਵੀਆਂ ਨੂੰ, ਕਿ ਇਹ ਸੱਚ ਸਾਹਮਣੇ ਲਿਆਂਦਾ ਜਾਵੇ ਕਿ ਐਸੀ ਕੋਈ ਪੁਰਾਤਨ ਇਤਿਹਾਸ ਦੇ ਵਿੱਚ ਕੋਈ ਹਵਾਲਾ ਜਾਂ ਕੋਈ ਐਸਾ ਗ੍ਰੰਥ ਮਿਲਦਾ ਹੈ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਲੋਂ ਗੋਬਿੰਦ ਰਾਮਾਇਣ ਦੇ ਨਾਂ ਥੱਲੇ ਲਿਖਿਆ ਹੋਵੇ। ਐਸਾ ਸਾਡੇ ਉਹਦੇ ਵਿੱਚ ਕੋਈ ਵਿਸ਼ਵਾਸ ਨਾਲ ਨਹੀਂ ਕਿਹਾ ਜਾ ਸਕਦਾ ਕਿ ਐਸੀ ਗੱਲ ਹੋਈ ਹੋਵੇ, ਨਹੀਂ ਤਾਂ ਅੱਜ ਤੱਕ ਆ ਜਾਣਾ ਸੀ। 45 ਸਾਲ ਦਾ ਬਹੁਤ ਲੰਬਾ ਸਮਾਂ ਹੁੰਦਾ। ਮੈਂ ਤਾਂ ਨਿੱਜੀ ਤਜਰਬਾ ਦੱਸਦਾ ਹੈ, ਪਰ ਕਿੰਨੇ ਵਿਦਵਾਨ, ਸੈਂਕੜੇ ਵਿਦਵਾਨ ਜਿਹੜੇ ਹੈ ਉਹ ਉਹਨਾਂ ਦੀ ਸੰਗਤ ਵੀ ਮਾਣੀ, ਉਹਨਾਂ ਦੀਆਂ ਕਿਤਾਬਾਂ ਵੀ ਪੜ੍ਹੀਆਂ, ਉਹਨਾਂ ਦੇ ਵਿਚਾਰ ਵੀ ਸੁਣਦੇ ਰਹੇ। ਅੱਜ ਤੱਕ ਇਹ ਗੱਲ ਪਹਿਲੀ ਵਾਰੀ ਹੀ ਦੇਸ਼ ਦੀ ਸਰਵਉੱਚ ਹਸਤੀ ਦੇ ਕੋਲੋਂ ਸੁਣਨ ਦਾ ਮੌਕਾ ਮਿਲਿਆ। ਤੇ ਉਹਨਾਂ ਨੇ ਕਿੱਥੋਂ ਸਰੋਤ ਲੱਭਿਆ, ਉਹ ਹੁਣੇ ਕਿਉਂ ਪ੍ਰਗਟ ਹੋਈ? ਸਿੱਖਾਂ ਨੂੰ ਅਜੇ ਤੱਕ ਪਤਾ ਹੀ ਨਹੀਂ ਕਿ ਉਹਨਾਂ ਦੇ ਗੁਰੂ ਨੇ ਰਾਮਾਇਣ ਵੀ ਲਿਖੀ ਹੈ,
ਪਰ ਦੂਜੇ ਧਰਮਾਂ ਦੇ ਕੋਲ ਪਹਿਲਾਂ ਹੀ ਪਹੁੰਚ ਜਾਂਦੀ ਗੱਲ। ਇੱਕ ਹੋਰ ਸਵਾਲ ਇੱਥੋਂ ਮਨ ਦੇ ਵਿੱਚ ਆਉਂਦਾ ਵੀ ਦੇਸ਼ ਦੇ ਪ੍ਰਧਾਨ ਮੰਤਰੀ ਹੋਣ ਤੇ ਉਹਨਾਂ ਨੇ ਤਾਂ ਇਹ ਕਹਿਣਾ ਸੀ ਵੀ ਵੈਲਕਮ ਆ, ਸਾਰੀਆਂ ਹਸਤੀਆਂ ਵੱਖ-ਵੱਖ ਧਰਮਾਂ ਦੇ ਲੋਕ ਆਏ ਜੀ, ਉਹਨਾਂ ਦਾ ਸਾਰਿਆਂ ਦਾ ਧੰਨਵਾਦ, ਪਰ ਸਿੱਖ ਧਰਮ ਨੂੰ ਹੀ ਕਹਿ ਕੇ ਜਾਂ ਫਿਰ ਗੁਰੂ ਗੋਬਿੰਦ ਸਿੰਘ ਜੀ ਦਾ ਨਾਂ ਲੈ ਕੇ ਹੀ ਕਿਉਂ ਕਿਹਾ ਗਿਆ ਵੀ ਗੋਬਿੰਦ ਰਾਮਾਇਣ ਵੀ ਆਈ? ਵੀ ਇੱਕ ਦੇਸ਼ ਦਾ ਪ੍ਰਧਾਨ ਮੰਤਰੀ ਤਾਂ ਨਿਰਪੱਖ ਹੁੰਦਾ ਜੀ, ਸਾਰੇ ਧਰਮਾਂ ਦੀ ਉਹਨੇ ਬਰਾਬਰ ਗੱਲ ਕਰਨੀ ਹੁੰਦੀ, ਪਰ ਇੱਥੇ ਇੱਕ ਸਿੱਖ ਧਰਮ ਨੂੰ ਟਾਰਗੇਟ ਜਿਹਾ ਕੀਤਾ ਗਿਆ ਜੀ, ਉਹਦਾ ਕਾਰਨ ਵੀ ਕੋਈ ਹੋ ਸਕਦਾ? ਹੈਰਾਨੀ ਇਸ ਗੱਲ ਦੀ ਹੋਈ ਹੈ ਵੀ ਪਹਿਲਾਂ ਜਿਹੜੀ ਗੱਲ ਸੁਣੀ ਹੋਈ ਨਹੀਂ ਸੀ, ਅੱਜ ਦੇਸ਼ ਦੀ ਸਰਵਉੱਚ ਹਸਤੀ ਦੇ ਕੋਲੋਂ ਅਸੀਂ ਇਹ ਗੱਲ ਸੁਣ ਰਹੇ ਹਾਂ। ਉਹ ਵੀ ਜਦੋਂ ਇੱਕ ਧਾਰਮਿਕ ਸਥਾਨ 'ਤੇ ਉਹਨਾਂ ਦਾ ਜੋ ਆਪਣਾ ਧਰਮ ਸਥਾਨ ਹੈ ਉੱਥੇ ਤੋਂ ਇਹ ਗੱਲ ਉੱਠੀ ਹੈ। ਪਹਿਲਾਂ ਸਾਡਾ ਕੋਈ ਸਰੋਤ ਸਿੱਖ ਪੰਥ ਦਾ ਇਸ ਗੱਲ ਦੀ ਹਾਮੀ ਨਹੀਂ ਭਰਦਾ ਕਿ ਗੁਰੂ ਗੋਬਿੰਦ ਸਿੰਘ ਨੇ ਕੋਈ ਗੋਬਿੰਦ ਰਾਮਾਇਣ ਲਿਖੀ ਹੋਈ ਹੋਵੇ। ਸੋ ਹੈਰਾਨੀਜਨਕ ਤਾਂ ਗੱਲ ਹੈਗੀ ਹੈ। ਇਹਦਾ ਜਵਾਬ ਤਾਂ ਕਿਉਂ ਕੀਤਾ ਉਹੀ ਦੇ ਸਕਦੇ ਆ ਕਿ ਉਹਨਾਂ ਨੇ ਵਿਸ਼ੇਸ਼ ਨਿਸ਼ਾਨਾ ਸਿੱਖਾਂ ਵੱਲ ਕਿਉਂ ਸਾਧਿਆ ਜਾਂ ਗੁਰੂ ਗੋਬਿੰਦ ਸਿੰਘ ਜੀ ਦਾ ਨਾਮ ਕਿਵੇਂ ਤੇ ਕਿੱਥੋਂ ਲਿਆ, ਇਸ ਦਾ ਸਪਸ਼ਟੀਕਰਨ ਤਾਂ ਉਹੀ ਦੇ ਸਕਦੇ ਆ ਜੀ। ਬਿਲਕੁਲ, ਇਸ ਬਾਰੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਸ੍ਰੀ ਅਕਾਲ ਤਖਤ ਸਾਹਿਬ ਦੇ ਸਤਿਕਾਰਯੋਗ ਜਥੇਦਾਰ ਜੀ ਨੂੰ ਵੀ ਜ਼ਰੂਰ ਦੇਣਾ ਚਾਹੀਦਾ ਜਵਾਬ, ਸਪਸ਼ਟ ਕਰਨਾ ਚਾਹੀਦਾ ਵੀ ਜੇ ਹੈ ਸੀ ਤਾਂ ਸਿੱਖਾਂ ਤੋਂ ਹੁਣ ਤੱਕ ਜਾਂ ਪ੍ਰਚਾਰਕਾਂ ਤੋਂ ਜਾਂ ਜਿਹੜੀਆਂ ਸੰਸਥਾਵਾਂ ਜਥੇਬੰਦੀਆਂ ਪ੍ਰਚਾਰਕ ਤਿਆਰ ਕਰਦੀਆਂ ਨੇ, ਕਿਉਂਕਿ ਪ੍ਰਿੰਸੀਪਲ ਸਾਹਿਬ ਹੋਰੀ ਜਿੱਥੇ ਸ਼੍ਰੋਮਣੀ ਕਮੇਟੀ ਮੈਂਬਰ ਵੀ ਨੇ, ਉੱਥੇ ਇੱਕ ਪ੍ਰਿੰਸੀਪਲ ਵੀ ਨੇ ਔਰ ਉਸ ਜ਼ਿੰਮੇਵਾਰ ਸੰਸਥਾ ਦੇ ਪ੍ਰਿੰਸੀਪਲ ਨੇ ਜਿੱਥੋਂ ਬਹੁਤ ਵੱਡੇ ਵਿਦਵਾਨ ਪ੍ਰਚਾਰਕ ਤਿਆਰ ਹੁੰਦੇ ਨੇ, ਤਾਂ ਇਹਨਾਂ ਤੋਂ ਵੀ ਓਹਲਾ ਕਿਉਂ ਰੱਖਿਆ ਗਿਆ ਹੈ ਨਾ ਜੀ? ਤੁਹਾਨੂੰ ਵੀ ਪਤਾ ਹੋਣਾ ਚਾਹੀਦਾ ਜੀ। ਹਾਂਜੀ, ਮੈਂ ਪਹਿਲਾਂ ਦੱਸ ਦਿੱਤਾ ਵੀ 45 ਸਾਲ ਤੋਂ ਮੈਂ ਜੁੜਿਆ ਹੋਇਆ ਧਰਮ ਪ੍ਰਚਾਰ ਨਾਲ। 25 ਸਾਲਾਂ ਤੋਂ ਸਾਡਾ 1995 ਤੋਂ ਇਹ ਕਾਲਜ ਚੱਲ ਰਿਹਾ। ਕਿਸੇ ਕਿਤਾਬ ਕਿਸੇ ਲਾਇਬ੍ਰੇਰੀ ਵਿੱਚ ਸਾਡੇ ਧਿਆਨ ਵਿੱਚ ਐਸਾ ਕੋਈ ਹਵਾਲਾ ਨਹੀਂ ਮਿਲਿਆ ਸੀ ਪਹਿਲਾਂ, ਅੱਜ ਪਹਿਲੀ ਵਾਰੀ ਸੁਣਿਆ ਗਿਆ ਜੀ। ਤੇ ਇੱਕ ਹੋਰ ਬਹੁਤ ਵੱਡਾ ਜਿਹੜਾ ਬਿਆਨ ਸਾਹਮਣੇ ਆਉਂਦਾ ਜਿਹਦੀ ਆਲੋਚਨਾ ਬਹੁਤ ਵੱਡੇ ਪੱਧਰ ਤੇ ਹੁੰਦੀ ਹੈ ਜੀ, ਸਾਬਕਾ ਜਥੇਦਾਰ ਸ੍ਰੀ ਪਟਨਾ ਸਾਹਿਬ ਦੇ ਗਿਆਨੀ ਇਕਬਾਲ ਸਿੰਘ। ਚਲੋ ਅਸੀਂ ਸਾਬਕਾ ਕਹਿ ਰਹੇ ਹਾਂ, ਪਰ ਉਹ ਤਾਂ ਆਪਣੇ ਆਪ ਨੂੰ ਜਦੋਂ ਬਿਆਨ ਦਿੰਦੇ ਆ ਜੀ, ਸਭ ਤੋਂ ਪਹਿਲਾਂ ਕਹਿੰਦੇ ਜੀ ਮੈਨੂੰ ਬਤੌਰ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਇੱਥੇ ਨਰਿੰਦਰ ਮੋਦੀ ਸਾਹਿਬ ਨੇ ਬੁਲਾਇਆ, ਤੇ ਉਹ ਕਹਿੰਦੇ ਆ ਜੀ ਵੀ ਸਿੱਖ ਤਾਂ ਲਵ ਕੁਸ਼ ਦੀ ਔਲਾਦ ਨੇ, ਤੇ ਲਵ ਦੇ ਵੰਸ਼ ਚੋਂ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਤੇ ਕੁਸ਼ ਦੀ ਵੰਸ਼ ਚੋਂ ਜੀ ਉਹ ਕਹਿੰਦੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜੀ। ਇਹਦੇ ਬਾਰੇ ਵੀ ਸਪਸ਼ਟ ਕਰਿਓ ਜੀ। ਮੈਂ ਪਹਿਲਾਂ ਬੇਨਤੀ ਕੀਤੀ ਹੈ ਕਿ ਦਸਮ ਗ੍ਰੰਥ ਦਾ ਵਿਵਾਦ ਆਦਿ ਕਾਲ ਤੋਂ ਹੀ ਸਾਡੀ ਕੌਮ ਦੇ ਵਿੱਚ ਚੱਲ ਰਿਹਾ ਹੈ। ਕੁਝ ਲਿਖਤਾਂ ਐਸੀਆਂ, ਕਿਉਂਕਿ ਇੱਕ ਤਾਂ ਪੰਥ ਪ੍ਰਵਾਨਿਤ ਬਾਣੀਆਂ ਹੈ ਜਿਨ੍ਹਾਂ ਬਾਣੀਆਂ ਦਾ ਅਸੀਂ ਰੋਜ਼ਾਨਾ ਨਿਤਨੇਮ ਕਰਦੇ ਹਾਂ, ਅੰਮ੍ਰਿਤ ਸੰਚਾਰ ਵੇਲੇ ਵੀ ਪੜ੍ਹੀਆਂ ਜਾਂਦੀਆਂ ਨੇ। ਪੰਥ ਪ੍ਰਵਾਨਿਤ ਸਿੱਖ ਰਹਿਤ ਮਰਜ਼ਾਦਾ ਦੇ ਵਿੱਚ ਉਹਨਾਂ ਨੂੰ ਮਾਨਤਾ ਦਿੱਤੀ ਗਈ ਹੈ। ਉਹਨਾਂ ਬਾਣੀਆਂ ਦੇ ਕੋਈ ਸ਼ੰਕਾ ਨਹੀਂ, ਉਹ ਅਸੀਂ ਬਤੌਰ ਸਿੱਖ ਅਕਾਲ ਤਖਤ ਸਾਹਿਬ ਦਾ ਹੁਕਮ ਮੰਨਦੇ ਹੋਏ ਰੋਜ਼ਾਨਾ ਨਿਤਨੇਮ ਦਾ ਅੰਗ ਬਣਾਇਆ ਹੋਇਆ ਹੈ। ਤੇ ਕੁਝ ਹੋਰ ਬਾਣੀਆਂ ਜਿਨ੍ਹਾਂ ਨੂੰ ਅਸੀਂ ਪੰਥ ਪ੍ਰਵਾਨਿਤ ਕਹਿੰਦੇ ਹਾਂ, ਜਦੋਂ ਉਹਨਾਂ ਬਾਣੀਆਂ ਦੇ ਵਿੱਚ ਪੜ੍ਹਦੇ ਹਾਂ ਤਾਂ ਐਸਾ ਕੋਈ ਹਵਾਲਾ ਨਹੀਂ ਮਿਲਦਾ, ਪਰ ਸਮੇਂ-ਸਮੇਂ 'ਤੇ ਐਸੀਆਂ ਰਚਨਾਵਾਂ ਜਿਨ੍ਹਾਂ ਵਿੱਚ ਮਨੋਕਲਪਿਤ ਜਾਂ ਬਹੁਤ ਸਾਰਾ ਮਿਥਿਹਾਸ ਭਰ ਦਿੱਤਾ ਗਿਆ, ਉਹ ਮਿਥਿਹਾਸ ਵੀ ਜਿਹੜਾ ਹੈ ਉਹ ਸਾਡੇ ਗੁਆਂਢੀ ਮੱਤ ਦਾ ਹੀ ਹਿੰਦੂ ਧਰਮ ਨਾਲ ਸੰਬੰਧਿਤ ਕਹਾਣੀਆਂ ਬਹੁਤ ਸਾਰੀਆਂ ਦਿੱਤੀਆਂ ਗਈਆਂ ਨੇ। ਤੇ ਜਿੱਥੋਂ ਤੱਕ ਸੰਬੰਧ ਹੈ ਕਿ ਪੀੜ੍ਹੀ ਦਰ ਪੀੜ੍ਹੀ ਪਿੱਛੇ ਜਾ ਕੇ ਜੋੜਦੇ ਨੇ ਸੰਬੰਧ ਗੁਰੂ ਸਾਹਿਬਾਨ ਦਾ, ਇਸ ਹਿਸਾਬ ਤਾਂ ਇਹ ਪੀੜ੍ਹੀ ਚੱਲਦੀ ਬੰਸ। ਫਿਰ ਡਾਰਵਨ ਨੇ ਸਿਧਾਂਤ ਦਿੱਤਾ ਵੀ ਸਭ ਤੋਂ ਪਹਿਲਾਂ ਜਿਹੜਾ ਇੱਥੇ ਕੁਛ ਵੀ ਨਹੀਂ ਸੀ। ਗੁਰਬਾਣੀ ਵਿੱਚ ਵੀ ਗੱਲ ਕਹੀ ਹੈ ਇਹ ਕਿ ਪਹਿਲਾਂ ਇੱਥੇ ਕੁਛ ਨਹੀਂ ਸੀ, ਕੁਦਰਤੀ ਗੈਸਾਂ ਤੋਂ ਪਾਣੀ ਤੋਂ ਇੱਕ ਸੈਲਾ ਜੀਵ ਤੋਂ ਧਰਤੀ 'ਤੇ ਚੱਲਣ ਵਾਲੇ ਜੀਵ ਚੱਲਦੇ ਫਿਰ ਡਾਇਨਾਸੌਰ ਵਰਗੇ। ਅੰਤ ਡਾਰਵਿਨ ਕਹਿੰਦਾ ਬਾਂਦਰ ਤੋਂ ਤਰੱਕੀ ਕਰਕੇ ਮਨੁੱਖ ਹੋਂਦ ਦੇ ਵਿੱਚ ਆਇਆ। ਤੇ ਇਹ ਪੁਜਾਰੀ ਲੋਕ ਜਿਹੜੇ ਆ ਸ਼ਾਇਦ ਉੱਥੇ ਨਾ ਪਹੁੰਚ ਜਾਣ ਵੀ ਅਸੀਂ ਸਾਰੇ ਬਾਂਦਰ ਦੀ ਔਲਾਦ ਹੈ, ਕਿਉਂਕਿ ਸਾਇੰਸ ਨੇ ਇਹ ਗੱਲ ਸਿੱਧ ਕੀਤੀ ਹੈ ਕਿ ਕਰੋੜਾਂ ਸਾਲ ਬੀਤਣ ਤੋਂ ਬਾਅਦ ਮਨੁੱਖ ਜਿਹੜਾ ਹੈ ਉਹ ਤਰੱਕੀ ਕਰਕੇ ਆਉਂਦਾ। ਇੱਦਾਂ ਦਾ ਕਿਸੇ ਨਾ ਕਿਸੇ ਦੀ ਜੜ ਜਿਹੜੀ ਹੈ ਕਿਤੇ ਨਾ ਕਿਤੇ ਜਾ ਕੇ ਪੀੜ੍ਹੀ ਜੁੜੇ ਹੀ ਜਾਣੀ ਹੈ। ਪਰ ਜਦੋਂ ਇੱਕ ਮੁਸਲਮਾਨ ਜਿਹੜਾ ਸਿੱਖ ਬਣਦਾ ਆ ਕੇ, ਤੇ ਅਸੀਂ ਉਹਨੂੰ ਕਿਆ ਕਹਾਂਗੇ ਵੀ ਉਹ ਹਿੰਦੂ ਹੀ ਹੈ ਜਾਂ ਉਹ ਮੁਸਲਮਾਨ ਹੀ ਹੈ। ਜਿਹੜਾ ਸਿੱਖ ਬਣ ਗਿਆ, ਕਿਉਂਕਿ ਮਾਰਿਆ ਸਿੱਖਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। 2 ਜਨਮ ਹੁੰਦੇ ਨੇ, ਇੱਕ ਜਨਮ ਮਾਤਾ ਦੇ ਪੇਟ ਤੋਂ ਹੁੰਦਾ ਹੈ, ਉਹ ਮਨੁੱਖਾ ਜਨਮ ਕਹਿੰਦੇ ਆ। ਪਰ ਇਸ ਮਨੁੱਖਾ ਜਨਮ ਨੂੰ ਸਫਲ ਕਰਨ ਵਾਸਤੇ ਗੁਰੂ ਦੇ ਘਰ ਜਨਮ ਲੈਣਾ ਪੈਂਦਾ। ਸਤਿਗੁਰ ਕੇ ਜਨਮੇ ਗਬਨ ਮਿਟਾਇਆ। ਜਦੋਂ ਗੁਰੂ ਦੇ ਘਰ ਸਿੱਖ ਜਨਮ ਲੈਂਦਾ ਹੈ, ਉਹਦੀ ਵਿਚਾਰਧਾਰਾ ਜਿਹੜੀ ਹੈ ਉਸੇ ਢੰਗ ਦੇ ਨਾਲ ਪਿਛਲਾ ਕਰਮ ਨਾਸ਼ ਕੁਲ ਨਾਸ਼ 5 ਪਿਆਰੇ ਇਹ ਗੱਲ ਦੱਸਦੇ ਨੇ, ਤੇ ਸਾਰਾ ਕੁਝ ਪਿਛਲਾ ਨਾਸ਼ ਹੋ ਜਾਂਦਾ ਹੈ। ਫਿਰ ਸਾਡਾ ਸਿੱਧਾ ਸੰਬੰਧ ਸਿੱਖਾਂ ਦਾ ਜਿਹੜਾ ਹੈ ਗੁਰੂ ਨਾਨਕ ਪਾਤਸ਼ਾਹ ਤੋਂ, ਤੇ ਗੁਰੂ ਨਾਨਕ ਪਾਤਸ਼ਾਹ ਅੱਗੇ ਅਕਾਲ ਪੁਰਖ ਵਾਹਿਗੁਰੂ ਜੋਤ ਰੂਪ ਹਰ ਆਪ
ਜੋਤ ਰੂਪ ਆਪ ਗੁਰੂ ਨਾਨਕ ਕਹਾਇਓ ਤੰਤੇ ਅੰਗਦ ਪਿਓ ਤਤ ਸਿਉ ਤਤ ਮਿਲਾਇਓ। ਸੋ ਸਾਡਾ ਪਿਛਲੇ ਸੰਬੰਧ ਦੇ ਨਾਲ, ਪਿਛਲੇ ਜਨਮ ਦੇ ਨਾਲ, ਪਿਛਲੀ ਕੁੱਲ ਦੇ ਨਾਲ ਸਾਡਾ ਕੋਈ ਸੰਬੰਧ ਨਹੀਂ। ਤੇ ਜੇ ਗਿਆਨੀ ਇਕਬਾਲ ਸਿੰਘ ਜੀ ਇੱਦਾਂ ਦਾ ਕਹਿ ਰਹੇ ਨੇ, ਪਹਿਲਾਂ ਤਾਂ ਉਹ ਤਖ਼ਤ ਸਾਹਿਬ ਦੇ ਜਥੇਦਾਰ ਰਹੇ ਹੀ ਨਹੀਂ। ਮੈਂ ਧੰਨਵਾਦ ਕਰਦਾ ਹਾਂ ਸਰਦਾਰ ਅਵਤਾਰ ਸਿੰਘ ਜੀ ਹਿੱਤ, ਜਦੋਂ ਪ੍ਰਧਾਨ ਬਣੇ ਉਹਨਾਂ ਨੇ ਸਭ ਤੋਂ ਪਹਿਲਾਂ ਆ ਕੇ ਜਿਹੜਾ ਇਹ ਇੱਕ ਬਹਿਰੂਪੀਆ ਬੈਠਾ ਹੋਇਆ ਸੀ ਨਾ, ਉਹਨਾਂ ਨੇ ਬਹੁਤ ਵੱਡੀ ਇਹ ਜ਼ਰੂਰਤ ਕੀਤੀ, ਨਹੀਂ ਕੋਈ ਹਿਲਾ ਨਹੀਂ ਸਕਦਾ ਸੀ, ਕਿਉਂਕਿ ਸਰਕਾਰੀ ਏਜੰਸੀਆਂ ਨੇ ਆਪਣੇ ਬੰਦੇ ਐਡਜਸਟ ਕੀਤੇ ਹੋਏ ਆ। ਐਸੀਆਂ ਏਜੰਸੀਆਂ ਜਿਹੜੀ ਸਿੱਖੀ ਨੂੰ ਪ੍ਰਵਾਨ ਨਹੀਂ ਕਰ ਰਹੀਆਂ ਔਰ ਸਿੱਖੀ ਬਾਰੇ ਊਟ ਪਟਾਂਗ ਕਹਾਣੀਆਂ ਘੜਦੀਆਂ ਜਾ ਰਹੀਆਂ ਹੈ, ਤੇ ਉਹਨਾਂ ਦੇ ਏਜੰਟ ਜਿਹੜੇ ਆ ਸਾਡੀਆਂ ਸੰਸਥਾਵਾਂ 'ਤੇ ਹਾਵੀ ਹੋ ਗਏ। ਸਾਡੇ ਗੁਰਦੁਆਰਾ ਸਾਹਿਬਾਨ ਵਿੱਚ ਸਾਡੇ ਭੇਸ ਬਦਲ ਕੇ ਸਿੱਖਾਂ ਵਾਲੇ ਉਹ ਐਸੀਆਂ ਗੱਲਾਂ ਕਰ ਰਹੇ ਆ ਜਿਹੜੇ ਗੁਰਬਾਣੀ ਦੇ ਬਿਲਕੁਲ ਉਲਟ ਹੁੰਦੀਆਂ ਹੈ। ਇਸ ਲਈ ਪੰਥ ਨੇ ਉਸ ਵੇਲੇ ਜਾਂ ਉੱਥੋਂ ਦੀ ਪ੍ਰਬੰਧਕ ਕਮੇਟੀ ਨੇ ਮਹਿਸੂਸ ਕੀਤਾ ਕਿ ਹੁਣ ਇੰਤਹਾ ਹੋ ਚੁੱਕੀ, ਇਹਨੇ ਹਰ ਪੱਖੋਂ ਕੌਮ ਨੂੰ ਬਦਨਾਮ ਕੀਤਾ ਹੈ। ਅਤੇ ਮੈਂ ਸਰਦਾਰ ਅਵਤਾਰ ਸਿੰਘ ਜੀ ਹਿੱਤ ਅਤੇ ਪਟਨਾ ਸਾਹਿਬ ਦੀ ਸਮੂਹ ਪ੍ਰਬੰਧਕ ਕਮੇਟੀ ਦਾ ਸਭ ਤੋਂ ਪਹਿਲਾਂ ਧੰਨਵਾਦ ਵੀ ਕਰਦਾ ਹੈ, ਉਹਨਾਂ ਨੂੰ ਵਧਾਈ ਵੀ ਦਿੰਦਾ ਹਾਂ। ਪਹਿਲਾਂ ਤੁਸੀਂ ਉਹ ਕੱਢ ਕੇ ਵੱਖ ਮਾਰਿਆ। ਸੋ ਸਾਬਕਾ ਜਥੇਦਾਰ ਹੁੰਦਾ ਹੋਇਆ ਵੀ ਜਿਹੜਾ ਆਪਣੇ ਆਪ ਨੂੰ ਕਹਿ ਰਿਹਾ ਮੈਂ ਮੌਜੂਦਾ ਜਥੇਦਾਰ ਹੈ, ਇਹ ਤਾਂ ਸਾਰੀਆਂ ਅਖਬਾਰਾਂ, ਸਾਰਾ ਮੀਡੀਆ ਜਿਹੜਾ ਦੱਸ ਰਿਹਾ ਵੀ ਕਿਸ ਢੰਗ ਦੇ ਨਾਲ ਜਲੀਲ ਕਰਕੇ ਉਹਨੂੰ ਉੱਥੋਂ ਕੱਢਿਆ ਗਿਆ, ਅਤੇ ਫਿਰ ਵੀ ਉਹ ਆਪਣੇ ਆਪ ਨੂੰ ਕਹੀ ਜਾ ਰਿਹਾ ਕਿ ਮੈਂ ਮੌਜੂਦਾ ਜਥੇਦਾਰ ਉੱਥੋਂ ਬਤੌਰ ਜਥੇਦਾਰ ਇੱਥੇ ਆਇਆ ਹਾਂ। ਸੋ ਜੇ ਹੋਵੇ ਵੀ ਤਾਂ ਉਹਦੀ ਕੋਈ ਮਾਨਤਾ ਨਹੀਂ ਹੈ ਇਸ ਵੇਲੇ, ਕਿਉਂਕਿ ਗੁਰਬਾਣੀ ਇਸ ਗੱਲ ਦੀ ਪ੍ਰੋੜਤਾ ਹੀ ਨਹੀਂ ਕਰਦੀ। ਗੁਰੂ ਨਾਨਕ ਦਾ ਧਰਮ ਗੁਰੂ ਨਾਨਕ ਪਾਤਸ਼ਾਹ ਤੋਂ ਹੀ ਸ਼ੁਰੂ ਹੁੰਦਾ ਹੈ। ਉਹ ਤੋਂ ਪਹਿਲਾਂ ਕੀ ਸੀ ਕੀ ਨਹੀਂ ਸੀ, ਸੱਚੇ ਪਾਤਸ਼ਾਹ ਨੇ ਆਪ ਕਹਿ ਦਿੱਤਾ ਕਿ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਜਦੋਂ ਇਸ ਧਰਮ ਦੇ ਪ੍ਰਚਾਰ ਲਈ ਗੁਰੂ ਨਾਨਕ ਪਾਤਸ਼ਾਹ ਚੱਲੇ ਨੇ, ਸੁਲਤਾਨਪੁਰ ਦੀ ਲੋਧੀ ਤੇ ਬੇਈਨ ਨਦੀ ਤੋਂ ਬਾਅਦ ਜਦੋਂ ਸ਼ਮਸ਼ਾਨ ਘਾਟ ਦੇ ਵਿੱਚ ਜਾ ਕੇ ਬੈਠੇ ਸੀ, ਪਹਿਲੀ ਗੱਲ ਸੱਚੇ ਪਾਤਸ਼ਾਹ ਨੇ ਕਹੀ ਸੀ, ਨਾ ਕੋ ਹਿੰਦੂ ਨਾ ਮੁਸਲਮਾਨ। ਤੇ ਪੰਜਵੇਂ ਜਾਮੇ ਵਿੱਚ ਆ ਕੇ ਫਿਰ ਗੱਲ ਇਹ ਸਪਸ਼ਟ ਕੀਤੀ ਕਿ ਵਰਤ ਨਾ ਰਹੋ ਨਾ ਮਾਹ ਰਮਜ਼ਾਨਾ, ਨਾ ਮੈਂ ਵਰਤ ਰੱਖਦਾ ਹਾਂ ਤਾਂ ਨਾ ਮੈਂ ਰਮਜ਼ਾਨ ਨੂੰ ਮੰਨਦਾ ਹਾਂ। ਵਰਤ ਨਾ ਰਹੋ ਨਾ ਮਾਹ ਰਮਜ਼ਾਨਾ, ਤਿਸ ਸੇਵੀ ਜੋ ਰੱਖੇ ਨਿਦਾਨਾ। ਇਹ ਗੁਸਾਈ ਅੱਲਾ ਮੇਰਾ, ਹਿੰਦੂ ਤੁਰਕ ਦੁਹਾ ਨਵੇਰਾ। ਹਜ ਕਾਬੇ ਜਾਓ ਨਾ ਤੀਰਥ ਪੂਜਾ, ਏਕੋ ਸੇਵੀ ਅਵਰ ਨਾ ਦੂਜਾ। पूजा करो ना निवास गुजारो, एक राम ले हृदय नमस्कारो। ना हम हिंदू ना मुसलमान, अल्लाह राम के पिंड प्राण। फिर गुरु नानक पातशाह ने उस बाणी ਨੂੰ ਮਾਨਤਾ ਦਿੱਤੀ ਬਾਬਾ ਕਬੀਰ ਜੀ ਨੂੰ, ਜਿਹਦੇ 'ਚ ਉਹਨਾਂ ਨੇ ਕਿਹਾ ਸੀ ਪੰਡਤ ਮੁੱਲਾ ਜੋ ਲਿਖ ਦਿਆ ਛਾੜ ਚਲੇ ਹਮ ਕਛੂ ਨਾ ਲਿਆ। ਨਾ ਹਮ ਹਿੰਦੂ ਨਾ ਮੁਸਲਮਾਨ ਦੀ ਗੱਲ ਦੀ ਪ੍ਰੋੜਤਾ 10 ਗੁਰੂ ਸਾਹਿਬਾਨ ਨੇ ਕੀਤੀ ਸਮੇਂ ਸਮੇਂ 'ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਹੁਕਮ ਇਹ ਕਰ ਦਿੱਤਾ ਸੀ, ਜਬ ਲਗ ਖਾਲਸਾ ਰਹੇ ਨਿਆਰਾ तब लग तेज दियो मैं सारा, जावे गया है विप्रन की रीत मैं ना करो इनकी प्रतीत। पंडित मुल्ला जो लिख दिया छाड़ चले हम कुछ ना लिया। बाणी ਵਿੱਚ ਇੰਦਾਂ ਦੀਆਂ ਤੁਕਾਂ ਜਿਹੜੀਆਂ ਉਹ ਕਿੰਨੀਆਂ ਹੀ ਆਉਂਦੀਆਂ ਨੇ ਜਿਹਦੇ ਵਿੱਚ ਸੱਚੇ ਪਾਤਸ਼ਾਹ ਨੇ ਇਸ ਗੱਲ ਦਾ ਖੰਡਨ ਕੀਤਾ ਹੈ। ਤੇ ਜਿੱਥੋਂ ਤੱਕ ਲਵ ਕੁਸ਼ ਦੀ ਔਲਾਦ ਦਾ ਜਾਂ ਗੁਰੂ ਗੋਬਿੰਦ ਸਿੰਘ ਜੀ ਦੀ ਰਮਾਇਣ ਲਿਖਣ ਦਾ ਸੰਬੰਧ, ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਉਹ ਪੰਥ ਪ੍ਰਵਾਨਿਤ ਬਾਣੀ ਪੜ੍ਹ ਲਈਏ ਨਾ, ਤੁਸੀਂ ਹੈਰਾਨ ਹੋਵੋਗੇ। ਗੁਰੂ ਪਾਤਸ਼ਾਹ ਨੇ ਇਹਨਾਂ ਸਾਰਿਆਂ ਹਸਤੀਆਂ ਨੂੰ ਕਿਹਾ ਕਿ ਰੱਬ ਨਹੀਂ ਹੋ ਸਕਦੇ, ਨਾ ਇਹਨਾਂ ਨੂੰ ਰੱਬ ਕਿਹਾ ਜਾ ਸਕਦਾ ਹੈ। ਮੈਂ ਇੱਕ ਉਹਨਾਂ ਦੀ ਬਹੁਤ ਸਾਰੇ ਪ੍ਰਚਾਰਕ ਤਾਂ ਮਤਲਬ ਕਿ ਇਹ ਗੱਲ ਕਰਦੇ ਨੇ ਵੀ ਜਿਹੜਾ ਗੁਰਬਾਣੀ ਦੇ ਵਿੱਚ ਰਾਮ ਆਉਂਦਾ ਹੈ ਜੀ, ਵੀ ਦੇਖਿਆ ਜੀ ਗੁਰਬਾਣੀ ਨੇ ਵੀ ਜਾਂ ਸਿੱਖ ਗੁਰੂਆਂ ਨੇ ਵੀ ਰਾਮ ਦੀ ਗੱਲ ਕੀਤੀ ਹੈ ਜੀ, ਇਹ ਗੱਲ ਕਰਦੇ ਆ ਜੀ ਬਹੁਤ ਸਾਰੇ। ਸਿੱਖ ਧਰਮ ਵਿੱਚ ਤਾਂ ਰਾਮ ਦੀ ਗੱਲ ਜਿਹੜੀ ਹੈ ਉਹ ਸਪਸ਼ਟ ਹੀ ਹੈ। ਹਾਂਜੀ। ਪਰ ਹਿੰਦੂ ਧਰਮ ਦੇ ਮਹਾਂਪੁਰਸ਼ ਜਿਹੜੇ ਹੋਏ ਨੇ ਗੁਸਾਈ ਤੁਲਸੀਦਾਸ ਜੀ ਵਰਗੇ, ਉਹਨਾਂ ਨੇ ਵੀ ਇਹ ਗੱਲ ਲਿਖੀ ਹੈ ਕਿ ਏਕ ਰਾਮ ਦਸ਼ਰਥ का बेटा, एक राम घट घट में लेटा, एक राम का सर्व पसारा। ਬਈ ਦਸ਼ਰਥ ਜੀ ਦੇ ਬੇਟੇ ਰਾਮਚੰਦਰ ਜੀ ਜਿਹੜੇ ਹੈ ਉਹ ਆਪਣੇ ਆਪ ਵਿੱਚ ਇੱਕ ਹਸਤੀ ਹੈ, ਪੂਜਨੀਕ ਹੈ, ਸਤਿਕਾਰਯੋਗ ਹੈ। ਬਤੌਰ ਹਿੰਦੂ ਧਰਮ ਦੇ ਅਵਤਾਰ ਹੋਣ ਦੇ ਨਾਤੇ ਅਸੀਂ ਕਿਸੇ ਨੂੰ ਮਾੜਾ ਨਹੀਂ ਕਹਿ ਸਕਦੇ, ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਿੱਥੇ ਖਾਲਸੇ ਦਾ ਨਿਆਰਾਪਣ ਕਾਇਮ ਰੱਖਣ ਦਾ ਹੁਕਮ ਕੀਤਾ, ਪੰਥ ਪ੍ਰਵਾਨਿਤ ਰਹਿਤ ਮਰਜ਼ਾਦਾ ਵਿੱਚ ਵੀ ਇਹ ਗੱਲ ਲਿਖੀ ਹੈ ਕਿ ਸਿੱਖ ਆਪ ਸਾਰੇ ਧਰਮਾਂ ਤੋਂ ਨਿਆਰਾ ਰਹੇ ਪਰ ਕਿਸੇ ਅਨਧਰਮੀ ਦਾ ਦਿਲ ਨਾ ਦਿਖਾਵੇ। ਤੇ ਸਾਡੇ ਰਹਿਤਨਾਮੇ ਵਿੱਚ ਲਿਖੀ ਜਗ ਮੈਂ ਔਰ ਪੰਥ ਸੋ ਜੇਤੇ, ਕਰੇ ਨਿੰਦ ਨਾ ਕਬਹੂ ਤੇਤੇ। ਇਸ ਲਈ ਜੇ ਗੁਸਾਈ ਤੁਲਸੀਦਾਸ ਜੀ ਕਹਿੰਦੇ ਹੈ ਵੀ ਇੱਕ ਰਾਮ ਦਸ਼ਰਥ ਜੀ ਦਾ ਬੇਟਾ ਹੈ ਤੇ ਦੂਜਾ ਰਾਮ ਜਿਹੜਾ ਘਟ ਘਟ ਦੇ ਵਿੱਚ ਲੇਟਿਆ ਹੋਇਆ, ਉਸ ਰਾਮ ਦੀ ਗੱਲ ਕੀਤੀ ਹੈ, ਦੋਵੇਂ ਰਾਮਾਂ ਦੀ ਗੱਲ ਕੀਤੀ ਹੈ। ਜਿੱਥੇ ਅਸੀਂ ਪੜ੍ਹਦੇ ਹਾਂ ਰਾਮ ਗਇਓ ਰਾਵਣ ਗਇਓ ਜਾਂ ਕੋਬੋ ਪਰਿਵਾਰ, ਕਹੋ ਨਾਨਕ ਥਿਰ ਕਛ ਨਹੀਂ ਸੁਪਨੇ ਜੋ ਸੰਸਾਰ। ਦੂਜੇ ਨੰਬਰ 'ਤੇ ਮਾਰੇ ਕਹਿੰਦੇ ਰੋਵੇ ਰਾਮ ਨਿਕਾਲਾ ਭਇਆ, ਸੀਤਾ ਲਖਮਣ ਵਿਛੜ ਗਿਆ। ਉੱਥੇ ਹਿੰਦੂ ਧਰਮ ਦੇ ਅਵਤਾਰ ਰਾਮ ਜੀ ਦੀ ਗੱਲ ਹੈ। ਜਿੱਥੇ ਗੁਰੂ ਪਾਤਸ਼ਾਹ ਕਹਿੰਦੇ ਸਵੈ ਘਟ ਰਾਮ ਬੋਲੇ ਰਾਮਾ ਬੋਲੇ,
ਰਾਮ ਬਿਨਾ ਕੋ ਬੋਲੇ ਰਹੇ, ਵੀ ਸਾਰਿਆਂ ਦੇ ਵਿੱਚ ਉਹ ਪਰਮਾਤਮਾ ਵਾਹਿਗੁਰੂ ਰਾਮ, ਉਹਨੂੰ ਰਾਮ ਰਹੀਮ ਅੱਲਾ ਈਸ਼ਵਰ ਗੋਡ ਵਾਹਿਗੁਰੂ ਕੁਛ ਵੀ ਕਹਿ ਲਓ, ਉਹ ਇੱਕੋ ਹੀ ਹਸਤੀ ਹੈ ਜਿਹਨੂੰ ਗੁਰੂ ਨਾਨਕ ਪਾਤਸ਼ਾਹ ਨੇ ਇੱਕੋ ਹੈ ਭਾਈ ਇੱਕੋ ਹੈ ਸਾਹਿਬ ਮੇਰਾ ਇੱਕੋ ਹੈ। ਅਤੇ ਜਿਹਨੂੰ ਗੁਰੂ ਨਾਨਕ ਪਾਤਸ਼ਾਹ ਨੇ ਇੱਕੋ ਓਂਕਾਰ ਕਹਿ ਕੇ ਜਿਸ ਦੇ ਲੜ ਸਾਨੂੰ ਲਾਇਆ, ਉਹਦਾ ਨਾਮ ਰਾਮ ਵੀ ਪ੍ਰਵਾਨ ਕੀਤਾ ਗਿਆ। ਵੈਸੇ ਗੁਰਬਾਣੀ ਦੇ ਵਿੱਚ ਸੈਂਕੜੇ ਨਾਮ ਪਰਮਾਤਮਾ ਦੇ ਲਿਖੇ ਗਏ ਨੇ। ਅੰਤ 'ਚ ਇਹ ਗੱਲ ਕਹਿ ਦਿੱਤੀ, ਗੁਰੂ ਅਰਜਨ ਦੇਵ ਜੀ ਦਾ ਸ਼ਬਦ ਹੈ ਕਿ ਕਿਰਤਮ ਨਾਮ ਕਥੈ ਤੇਰੀ ਜੇਵਾ, ਸਤਨਾਮ ਤੇਰਾ ਪ੍ਰਭੂ ਬਲਾ। ਇਹ ਵਾਹਿਗੁਰੂ ਜੀ ਤੁਹਾਡੇ ਜਿੰਨੇ ਵੀ ਨਾਮ ਰੱਖੇ ਹੋਏ ਨੇ ਉਹ ਮਨੁੱਖਤਾ ਨੇ ਕਿਰਤਮ ਨਾਮ ਰੱਖੇ ਨੇ। ਤੇ ਇੱਕ ਹੋਰ ਸਵਾਲ ਹੈ ਜੀ ਮੇਰਾ ਇਹਦੇ ਵਿੱਚੋਂ ਹੀ, ਮਤਲਬ ਕਿ ਜਿਵੇਂ ਤੁਸੀਂ ਗੱਲ ਕੀਤੀ ਹੈ ਤੇ ਰਾਮਚੰਦਰ ਜੀ ਦੀ ਜਾਂ ਗੱਲ ਹੋਈ ਹੈ, ਜੇ ਹਿੰਦੂ ਧਰਮ ਦੇ ਲੋਕ ਜਿਹੜੇ ਹੈਗੇ ਨੇ ਉਹ ਰੱਬ ਮੰਨਦੇ ਨੇ ਵੀ ਰਾਮਚੰਦਰ ਤੇ ਇੱਕ ਰੱਬ ਸੀ, ਚਲੋ ਉਹ ਉਹਨਾਂ ਦਾ ਸਤਿਕਾਰ ਜਿਵੇਂ ਵੀ ਕਰਦੇ ਆ, ਤਾਂ ਇਸੇ ਤਰ੍ਹਾਂ ਕੀ ਸਿੱਖ ਵੀ ਫਿਰ ਆਪਣੇ ਗੁਰੂਆਂ ਨੂੰ ਰੱਬ ਸਮਝਣ ਜਾਂ ਗੁਰੂ ਸਮਝਣ? ਗੁਰੂ ਤੇ ਰੱਬ ਦੇ ਵਿੱਚ ਫਰਕ ਹੈ ਜੀ ਇੱਥੇ? ਵੈਸੇ ਬਾਣੀ ਦਾ ਫਰਮਾਨ ਹੈ, ਨਾਨਕ ਸੋਧੇ ਸਿਮਰਤ ਵੇਦ, ਪਾਰ ਬ੍ਰਹਮ ਗੁਰ ਨਾਹੀ ਭੇਦ। ਹਾਂਜੀ ਪਾਰ ਬ੍ਰਹਮ ਅਕਾਲ ਪੁਰਖ ਤੇ ਗੁਰੂ ਦੇ ਵਿੱਚ ਕੋਈ ਅੰਤਰ ਨਹੀਂ ਜੀ। ਪਰ ਇੱਥੇ ਗੱਲ ਇਹ ਯਾਦ ਰੱਖਣ ਵਾਲੀ ਹੈ ਕਿ ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਨਿਰਾਕਾਰ ਹੈ, ਤੇ ਜਿਹੜਾ ਗੁਰੂ ਹੈ ਉਹ ਆਕਾਰ ਰੂਪ ਦੇ ਵਿੱਚ ਜੋਤ ਰੂਪ ਹਰਾਪ ਗੁਰੂ ਨਾਨਕ ਕਹਾਇਓ, ਤਨ ਤੇ ਅੰਗਦ ਭਇਓ ਤਤ ਸਿਉ ਤਤ ਮਿਲਾਇਓ। ਇੱਕ ਖਾਸ ਮਿਸ਼ਨ ਲੈ ਕੇ ਗੁਰੂ ਨਾਨਕ ਪਾਤਸ਼ਾਹ ਸੰਸਾਰ ਵਿੱਚ ਪ੍ਰਗਟ ਹੋਏ, ਜੋ 10 ਜਾਮਿਆਂ ਦੇ ਰਾਹੀਂ ਪੂਰਾ ਹੋਣਾ ਸੀ। ਔਰ 10 ਜਾਮਿਆਂ ਦੇ ਬਾਅਦ ਜਿਸ ਸ਼ਬਦ ਗੁਰੂ ਨੂੰ ਪ੍ਰਗਟ ਕਰਨ ਵਾਸਤੇ ਆਏ ਸੀ ਉਹ ਮਿਸ਼ਨ ਪੂਰਾ ਹੋ ਗਿਆ, ਤੇ ਗੁਰੂ ਨਾਨਕ ਪਾਤਸ਼ਾਹ ਨੇ ਆਪਣੀ ਜੋਤ, ਗੁਰੂ ਨਾਨਕ ਪਾਤਸ਼ਾਹ ਦੀ ਜੋਤ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣਾ ਆਪ ਖਾਲਸੇ ਵਿੱਚ ਸਮੋਤਾ, ਆਤਮਾ ਗ੍ਰੰਥ ਵਿੱਚ ਤੇ ਸਰੀਰ ਪੰਥ ਵਿੱਚ। ਹੁਣ ਗੁਣਾ ਕਰਕੇ ਪਰਮੇਸ਼ਰ ਵਾਹਿਗੁਰੂ ਜਿਹੜਾ ਹੈ ਨਾ, ਉਹ ਸਰਗੁਣ ਸਰੂਪ ਤੇ ਨਿਰਗੁਣ ਸਰੂਪ ਦੀ ਗੱਲ ਹੁੰਦੀ ਹੈ। ਜਦੋਂ ਸਰਗੁਣ ਸਰੂਪ ਦੀ ਗੱਲ ਕੀਤੀ ਹੈ ਗੁਰੂ ਪਾਤਸ਼ਾਹ ਨੇ 2 ਸਰੂਪ ਬਿਆਨੇ ਰੱਬ ਦੇ, ਇੱਕ ਸਰਗੁਣ ਸਰੂਪ, ਨਿਰਗੁਣ ਆਪ, ਸਰਗੁਣ ਵੀ ਉਹੀ। ਜਦੋਂ ਨਿਰਗੁਣ ਦੀ ਗੱਲ ਕੀਤੀ, ਕੇਵਲ ਗੁਣਾਂ ਦੀ ਗੱਲ ਕੀਤੀ, ਓਂਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ 14 ਗੁਣ ਗੁਰੂ ਨਾਨਕ ਪਾਤਸ਼ਾਹ ਨੇ ਰੱਬ ਦੇ ਬਿਆਨ ਕੀਤੇ ਨੇ। ਉਹਨਾਂ ਦੇ ਮੁਤਾਬਕ ਗੁਣ ਕਹਿ ਗੁਣੀ ਸਮਾਵਣਿਆ, ਬਈ ਗੁਣ ਕਹਿੰਦਿਆਂ ਰੱਬ ਦਾ ਰੂਪ ਬੰਦੇ ਨੇ, ਭਾਵ ਗੁਣਾ ਰੂਪੀ ਸਰੂਪ ਹੈ ਉਹ। ਇਹ ਲਈ ਜਿਹੜਾ ਗੁਰੂ ਨਾਨਕ ਪਾਤਸ਼ਾਹ ਗੁਰੂ ਜੋਤ ਦਾ ਗੁਣਾ ਰੂਪੀ ਸਰੂਪ ਹੈ, ਉਹ ਗੁਣਾ ਰੂਪੀ ਹੈ। ਉਹਦੇ ਕਰਕੇ ਅਸੀਂ ਕਹਿੰਦੇ ਜਿਹੜੇ ਗੁਣ ਗੁਰੂ ਵਿੱਚ ਹੈ ਉਹੀ ਪਰਮੇਸ਼ਰ ਵਿੱਚ ਹੈ, ਉਹੀ ਗੁਣ। ਤਾਂ ਅਸੀਂ ਕਹਿੰਦੇ ਹਾਂ ਵੀ ਗੁਰੂ ਨਾਨਕ ਪਾਤਸ਼ਾਹ ਅਤੇ ਅਕਾਲ ਪੁਰਖ ਦੇ ਵਿੱਚ ਕੋਈ ਅੰਤਰ ਨਹੀਂ ਹੈ। ਪਰ ਜੇ ਦੂਜੇ ਪਾਸੇ ਦੇਖੀਏ ਆਕਾਰ ਦੇ ਤੌਰ 'ਤੇ, ਤਾਂ ਸੱਚੇ ਪਾਤਸ਼ਾਹ ਨੇ ਬਾਣੀ 'ਚ ਕਹਿਤਾ ਸੋ ਮੁਖ ਜਲੋ ਜਿਤ ਕਹੇ ਠਾਕਰ ਜੋਨੀ, ਵੀ ਉਹਦਾ ਮੂੰਹ ਸੜ ਜਾਵੇ ਜਿਹੜਾ ਇਹ ਗੱਲ ਕਹਿੰਦਾ ਹੈ ਕਿ ਪਰਮਾਤਮਾ ਜੰਮਣ ਮਰਨ ਦੇ ਚੱਕਰ ਵਿੱਚ ਹੈ। ਇਸ ਲਈ ਬੰਦੇ ਨੇ ਵੀ ਪਰਮਾਤਮਾ ਦੇ ਗੁਣ ਗਾਇਨ ਕਰ ਕਰਕੇ ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ। ਬਾਬਾ ਰਵਿਦਾਸ ਜੀ ਕਹਿੰਦੇ ਸੰਤਨ ਅੰਤੇ ਅੰਤਰ ਨਹੀਂ, ਵੀ ਪਰਮਾਤਮਾ ਤੇ ਸੰਤਾਂ ਜੀ ਗੁਣਾ ਕਰਕੇ ਅੰਤਰ ਨਹੀਂ ਹੈ। ਸਰੀਰ ਕਰਕੇ ਜਿਹੜਾ ਕੋਈ ਬੰਦਾ ਪਰਮਾਤਮਾ ਨਹੀਂ ਹੈ, ਭਾਵੇਂ ਉਹ ਗੁਰੂ ਨਾਨਕ ਪਾਤਸ਼ਾਹ ਹੋਵੇ, ਭਾਵੇਂ ਤਾਂ ਹੀ ਗੁਰੂ ਨਾਨਕ ਪਾਤਸ਼ਾਹ ਨੇ ਆਪਣੇ ਆਪ ਨੂੰ ਕਿਹਾ ਨਾਨਕ ਨੀਚ ਕਹੇ ਵਿਚਾਰ, ਨਾਨਕ ਸ਼ਾਇਰ ਇਹ ਵੀ ਕਹਿਤਾ ਹੈ। ਸਿੱਖ ਧਰਮ ਦੇ ਵਿੱਚ ਗੁਰੂ ਸਾਹਿਬਾਨਾਂ ਨੇ ਆਪਣੇ ਆਪ ਨੂੰ ਰੱਬ ਨਹੀਂ ਦੱਸਿਆ, ਇੱਥੋਂ ਤੱਕ ਹੁਕਮ ਕੀਤਾ। ਹਾਂਜੀ, ਮੈਂ ਪਹਿਲੇ ਪਾਤਸ਼ਾਹ ਤੋਂ 10ਵੇਂ ਪਾਤਸ਼ਾਹ ਤੱਕ ਦੱਸ ਦੂੰਗਾ ਨਾ, ਪ੍ਰਮਾਣ ਟਾਈਮ ਲੱਗ ਜਾਣਾ ਬਹੁਤ ਜੀ। ਪਰ ਇੱਕ ਪ੍ਰਮਾਣ ਮੈਂ ਜੇ ਦਿੰਦਾ, ਤੀਜੇ ਪਾਤਸ਼ਾਹ ਬਬੀਹਾ ਅੰਮ੍ਰਿਤ ਵੇਲੇ ਬੋਲਿਆ ਤਾਂ ਦਰ ਸੁਣੀ ਪੁਕਾਰ, ਮੇਘੇ ਨੂੰ ਫਰਮਾਨ ਹੋਆ ਹੁਣ ਵਰਸੋ ਕਿਰਪਾ ਧਾਰ। ਤੇ ਗੁਰੂ ਅਮਰਦਾਸ ਜੀ ਮਹਾਰਾਜ ਦਾ ਸ਼ਲੋਕ ਹੈ ਇੱਦਾਂ ਦਾ, ਕਿਆ ਉੱਠ ਉੱਠ ਦੇਖੋ ਬੱਪੜੇ ਇਸ ਮੇਘੇ ਹੱਥ ਕਿਛ ਨਾ ਹੈ। ਬਈ ਜਿਹੜਾ ਗੁਰੂ ਰੂਪੀ ਬੱਦਲ ਹੈ ਇਹਦੇ ਵੱਲ ਨੂੰ ਕੀ ਦੇਖ ਰਿਹਾ, ਜਿਨੇ ਮੇਘ ਪਠਾਇਆ ਤਿਸ ਰੱਖੋ ਮਨ ਮਾਹੇ। ਬਈ ਜਿਸ ਪਰਮਾਤਮਾ ਨੇ ਗੁਰੂ ਰੂਪੀ ਬੱਦਲ ਨੂੰ ਸੰਸਾਰ 'ਚ ਭੇਜਿਆ, ਪਪੀਏ ਤੇਰੀ ਪਿਆਸ ਤਾਂ ਬੁਝਣੀ ਹੈ ਜੇ ਉਸ ਪਰਮਾਤਮਾ ਦੇ ਅੱਗੇ ਅਰਦਾਸ ਕਰੇਗਾ। ਜਾਣੀ ਸਰੀਰਕ ਰੂਪ ਦੇ ਵਿੱਚ ਗੁਰੂ ਪਾਤਸ਼ਾਹ ਕਹਿੰਦੇ ਸਾਡੀ ਕੋਈ ਹਸਤੀ ਨਹੀਂ, ਉਹ ਪਰਮਾਤਮਾ ਹੀ ਹੈ। ਕਹੋ ਨਾਨਕ ਸਾਹਿਬ ਤੇਰੀ ਵਡਿਆਈ ਕੋਈ ਨਾਮ ਨਾ ਜਾਣਾ ਮੇਰਾ। 10ਵੇਂ ਜਾਮੇ ਦੇ ਵਿੱਚ ਆ ਕੇ ਤਾਂ ਗੁਰੂ ਪਾਤਸ਼ਾਹ ਨੇ ਇਹ ਹੁਕਮ ਹੀ ਕਰ ਦਿੱਤਾ ਸੀ, ਜੋ ਹਮਕੋ ਪਰਮੇਸ਼ਰ ਉਚਰ ਹੈ ਤੇ ਸਭ ਨਰਕ ਕੁੰਡ ਮੈਂ ਪਰ ਹੈ। ਵੀ ਜਿਹੜੇ ਸਾਨੂੰ ਕਿਤੇ ਪਰਮੇਸ਼ਰ ਕਹਿ ਦੇਣਗੇ ਨਾ, ਭੁੱਲ ਗੱਲ ਨਹੀਂ, ਉਹ ਨਰਕਾਂ ਦੇ ਭਾਗੀ ਬਣਨਗੇ। ਵੀ ਬੰਦਾ ਜਿਹੜਾ ਹੈ ਸਰੀਰਕ ਰੂਪ ਵਿੱਚ 5 ਤੱਤਾਂ ਦਾ ਰੂਪ ਵਿੱਚ ਆਕਾਰ ਵਿੱਚ ਆ ਕੇ ਬੰਦਾ ਰੱਬ ਨਹੀਂ ਹੋ ਸਕਦਾ। ਇਹ ਲਈ ਗੁਰੂ ਸਾਹਿਬ ਗੁਣਾ ਕਰਕੇ ਉਹਨਾਂ ਦਾ ਅੰਤਰ ਨਹੀਂ, ਪਰ ਸਰੀਰ ਕਰਕੇ ਥੋੜ੍ਹਾ ਅੰਤਰ ਹੈ। ਤੇ ਜੇ ਅੱਜ ਦੇ ਮੈਂ ਫਿਰ ਉੱਥੇ ਬਿਆਨ ਦੇ ਉੱਤੇ ਆ ਜੀ ਆਪਾਂ ਗਿਆਨੀ ਇਕਬਾਲ ਸਿੰਘ ਦੇ, ਤੇ ਇਹ ਜੋ ਬਿਆਨ ਦਿੱਤਾ ਗਿਆ ਹੈ ਜੀ ਕਿ ਇਹ ਸਾਬਿਤ ਕਰਨ ਦੀ ਕੋਸ਼ਿਸ਼ ਦਾ ਬਿਆਨ ਹੈ, ਜਿਵੇਂ ਕਿਹਾ ਜਾਂਦਾ ਹੈ ਵੀ ਜਿਹੜੇ ਸਿੱਖ ਹੈ ਉਹ ਹਿੰਦੂਆਂ ਚੋਂ ਨਿਕਲੇ ਹੋਏ ਆ, ਇਹ ਸਾਬਿਤ ਕਰਨ ਦਾ ਕੋਸ਼ਿਸ਼ ਕੀਤੀ ਗਈ ਹੈ ਜੀ।
ਕੋਸ਼ਿਸ਼ ਇਹੀ ਕੀਤੀ ਜਾ ਰਹੀ ਕਿਉਂਕਿ ਪਿਛਲੇ ਜਦੋਂ ਦੇਸ਼ ਆਜ਼ਾਦ ਹੋਇਆ, ਬਲਕਿ ਗੁਰੂ ਨਾਨਕ ਪਾਤਸ਼ਾਹ ਦੇ ਸਮੇਂ ਤੋਂ ਹੀ ਇੱਦਾਂ ਦੀਆਂ ਕਹਾਣੀਆਂ ਇਤਿਹਾਸ ਦੇ ਵਿੱਚ ਘੜ ਦਿੱਤੀਆਂ ਗਈਆਂ ਸੀ ਜਿਨ੍ਹਾਂ ਦਾ ਗੁਰਮਤਿ ਸਿਧਾਂਤਾਂ ਦੇ ਨਾਲ ਕੋਈ ਦੂਰ ਦਾ ਸੰਬੰਧ ਨਹੀਂ। ਸਾਡਾ ਸਾਰਾ ਹੀ ਇਤਿਹਾਸ ਵਿਗੜਿਆ ਪਿਆ ਹੈ ਕਿਉਂਕਿ ਸਿਰਫ ਇਹ ਗੱਲ ਸਾਬਤ ਕਰਨ ਵਾਸਤੇ ਹੀ ਉਹ ਊਟ ਪਟਾਂਗ ਕਹਾਣੀਆਂ ਘੜਦੇ ਗਏ। ਅਤੇ ਆਹ ਵੀ ਜਿਹੜੀ ਕਵਿਤਾ ਹੈ ਕਿ ਲਵ ਕੁਸ਼ ਤੱਕ ਲੜੀ ਜੋੜ ਦਿੱਤੀ ਗਈ ਦਸਮ ਗ੍ਰੰਥ ਦੇ ਵਿੱਚੋਂ ਹੀ ਲੈ ਕੇ, ਉਹ ਵੀ ਕੇਵਲ ਇਹੀ ਗੱਲ ਸਾਬਤ ਕਰਨ ਵਾਸਤੇ ਹੈ ਕਿ ਸਿੱਖ ਹਿੰਦੂਆਂ 'ਚੋਂ ਹੋਣ ਕਰਕੇ ਹਿੰਦੂ ਕੌਮ ਦਾ ਹੀ ਹਿੱਸਾ ਹੈ, ਜਦ ਕਿ ਸਿੱਖਾਂ ਵਿੱਚ ਈਸਾਈ ਵੀ ਸਿੱਖ ਬਣੇ ਆ ਕੇ। ਮੁਸਲਮਾਨਾਂ ਦੇ ਅਨੇਕਾਂ ਦੇ ਨਾਮ ਅਸੀਂ ਦੇ ਸਕਦੇ ਹਾਂ ਜਿਨ੍ਹਾਂ ਨੇ ਅੰਮ੍ਰਿਤ ਛਕ ਕੇ ਸਿੰਘ ਬਣ ਗਿਆ, ਤਾਂ ਇਹ ਮਤਲਬ ਉਹ ਆਪਣੇ ਆਪ ਨੂੰ ਮੁਸਲਮਾਨ ਸਮਝੀ ਜਾਣ ਅਤੇ ਹਿੰਦੂ ਸਮਝੀ ਜਾਣ, ਸਿੱਖ ਕਿੱਥੇ ਰਹੇ ਫਿਰ। ਇਸ ਲਈ ਸਿੱਖ ਜਿਹੜਾ ਨਿਆਰਾ ਧਰਮ ਹੈ ਨਿਆਰਾ ਰਹੇਗਾ, ਔਰ ਨਿਆਰਾ ਹੀ ਜਿਹੜਾ ਹੈ ਸਿੱਖ ਧਰਮ ਨੇ ਰਹਿਣਾ ਹੈ, ਕਿਉਂਕਿ ਨਾ ਸਾਡੇ ਤੀਰਥ, ਨਾ ਸਾਡੀਆਂ ਰਵਾਇਤਾਂ, ਨਾ ਸਾਡੀ ਮਰਜ਼ਾਦਾ, ਨਾ ਸਾਡੇ, ਅਸੀਂ ਕੇਵਲ ਅਤੇ ਕੇਵਲ ਗੁਰੂ ਸਾਹਿਬਾਨ 'ਤੇ ਡਿਪੈਂਡ ਹੈ। ਜੋ ਇਤਿਹਾਸ ਸਾਡਾ ਗੁਰੂ ਸਾਹਿਬਾਨ ਨਾਲ ਸੰਬੰਧਿਤ ਹੈ, ਨਾ ਅਸੀਂ ਦੇਵੀ ਦੇਵਤਿਆਂ ਨੂੰ ਮੰਨਦੇ ਹਾਂ। ਹਾਂ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਸਰਬੱਤ ਦਾ ਭਲਾ ਕਹਿਣ ਕਰਕੇ ਸਾਡੇ ਸਾਰੀ ਦੁਨੀਆ ਦੇ ਨਾਲ ਪਿਆਰ ਹੈ, ਕਿਉਂਕਿ ਗੁਰੂ ਅਰਜਨ ਪਾਤਸ਼ਾਹ ਨੇ, ਗੁਰੂ ਨਾਨਕ ਪਾਤਸ਼ਾਹ ਨੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਸਾਨੂੰ ਸਿੱਖਿਆ ਹੀ ਇਹ ਦਿੱਤੀ ਹੈ ਕਿ ਏਕ ਅਨੇਕ ਵਿਆਪਕ ਪੂਰਕ, ਜਦ ਦੇਖੋ ਤਦ ਸੋਈ, ਮਾਇਆ ਚਿੱਤਰ ਵਿਚਿੱਤਰ ਵਿਮੋਹਿਤ, ਬਿਰਲਾ ਬੂਝੇ ਕੋਈ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਸਿੱਖ ਧਰਮ ਵੀ ਨਿਆਰਾ ਧਰਮ ਹੈ ਔਰ ਨਿਆਰਾ ਰਹੇਗਾ। ਜਿੱਥੋਂ ਤੱਕ ਬਾਕੀ ਮਾਨਵ ਦਾ ਸੰਬੰਧ ਹੈ, ਉਹ ਏਕ ਪਿਤਾ ਏਕ ਸਕੇ ਹਮ ਵਾਰਗ ਗੁਰੂ ਪਾਤਸ਼ਾਹ ਨੇ ਸਾਨੂੰ ਕਿਹਾ, ਇੱਥੇ ਔਰਤ ਮਰਦਾਂ ਸਾਜੇ ਇਹ ਸਭ ਰੂਪ ਤੁਮਾਰੇ, ਕਬੀਰ ਪੁੰਗਰਾ ਰਾਮ ਅੱਲਾ ਕਾ ਸਭ ਗੁਰੂ ਪੀਰ ਹਮਾਰੇ। ਸੱਚੇ ਪਾਤਸ਼ਾਹ ਕਿਹਾ ਸਾਰੇ ਸਤਿਕਾਰਯੋਗ ਹੈ, ਪਰ ਅਸੀਂ ਕੇਵਲ ਅਤੇ ਕੇਵਲ ਇੱਕ ਅਕਾਲ ਦੇ ਪੁਜਾਰੀ ਹਾਂ। ਸਾਡਾ ਧਰਮ ਵੱਖਰਾ, ਸਾਡੇ ਗੁਰਦੁਆਰੇ ਵੱਖਰੇ, ਸਾਡੀ ਮਰਜ਼ਾਦਾ ਵੱਖਰੀ, ਸਾਡੇ ਧਰਮ ਪ੍ਰਵੇਸ਼ ਦੀ ਮਰਜ਼ਾਦਾ ਵੱਖਰੀ, ਸਾਡਾ ਗੁਰੂ ਵੱਖਰਾ। ਅਸੀਂ ਕੇਵਲ ਇੱਕ ਦੇ ਪੁਜਾਰੀ ਹਾਂ। ਕਿ ਭਾਈ ਕਾਨ੍ਹ ਸਿੰਘ ਨਾਭਾ ਦੀ ਕਿਤੇ ਕਿਤਾਬ ਪੜ੍ਹ ਕੇ ਦੇਖ ਲਿਓ, ਹਮ ਹਿੰਦੂ ਨਹੀਂ। ਉਸ ਵੇਲੇ ਇਸੇ ਗੱਲ ਦਾ ਖੰਡਨ ਕਰਨ ਵਾਸਤੇ ਭਾਈ ਸਾਹਿਬ ਭਾਈ ਕਾਨ੍ਹ ਸਿੰਘ ਜੀ ਨਾਭਾ ਨੂੰ ਇਹ ਕਿਤਾਬ ਲਿਖਣੀ ਪਈ ਸੀ, ਔਰ ਉਹਨੇ ਹਰ ਚੀਜ਼ ਵੱਖਰੀ ਵੱਖਰੀ ਗੁਰਬਾਣੀ ਦੇ ਆਧਾਰ 'ਤੇ ਸਾਬਤ ਕਰਕੇ, ਗੁਰ ਇਤਿਹਾਸ ਦੇ ਆਧਾਰ 'ਤੇ ਸਾਬਤ ਕਰਕੇ ਦੱਸਿਆ ਕਿ ਅਸੀਂ ਸਿੱਖ ਜਿਹੜੇ ਆ ਇੱਕ ਤੀਸਰੀ ਕੌਮ ਹੈ। ਤੀਸਰ ਮਜ਼ਹਬ ਉਪਾਇਨ ਵਡ ਸੂਰ ਗਹੇਲਾ, ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰਚੇਲਾ। ਜਿਵੇਂ ਇਹ ਗੱਲ ਕਰਦੇ ਆ ਵੀ ਤੁਸੀਂ ਇਹ ਸਿੱਖਾਂ ਦੇ ਸਿੱਖ ਜਿਹੜੇ ਹੈਗੇ ਹਿੰਦੂਆਂ 'ਚੋਂ ਆਏ ਹੋਏ ਆ, ਜਾਂ ਤੁਸੀਂ ਹੁਣ ਉਦਾਹਰਨਾਂ ਵੀ ਦਿੱਤੀਆਂ ਵੀ ਬਹੁਤ ਮੁਸਲਮਾਨ ਵੀ ਸਿੱਖ ਬਣੇ, ਬਿਲਕੁਲ ਉਸੇ ਤਰ੍ਹਾਂ ਜਿਵੇਂ ਜੀ ਇੱਕ ਪਲਾਟ ਹੈ ਉਹਦੇ ਵਿੱਚ ਇੱਟਾਂ ਲਿਆਂਦੀਆਂ ਜੀ, ਫਿਰ ਸੀਮੈਂਟ ਲਿਆਂਦਾ ਜੀ, ਫਿਰ ਬਜਰੀ ਆਈ ਹੈ, ਮਿਸਤਰੀ ਲੱਗੇ ਜੀ, ਫਿਰ ਘਰ ਬਣਿਆ। ਅਤੇ ਸਿੱਖ ਇੱਕ ਘਰ ਦੀ ਤਰ੍ਹਾਂ ਹੈ ਜੀ ਜਿਹਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਇਹ ਸਮਾਨ ਲੱਗਿਆ ਜੀ। ਹਾਂ, ਨਹੀਂ ਅਲੱਗ-ਅਲੱਗ ਦਾ ਨਹੀਂ, ਕਿਉਂਕਿ ਜੇ ਅਸੀਂ ਕਹਿੰਦੇ ਹਾਂ ਨਾ ਵੀ 35 ਮਹਾਂਪੁਰਸ਼ਾਂ ਦੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਬਾਣੀ ਦਰਜ ਹੈ, ਉਹਨਾਂ ਦੀਆਂ ਜਾਤਾਂ ਵੱਖ-ਵੱਖ ਹੈਗੀਆਂ, ਉਹਨਾਂ ਦੀਆਂ ਬੋਲੀਆਂ ਵੱਖ-ਵੱਖ ਹੈਗੀਆਂ, ਉਹਨਾਂ ਦੀਆਂ ਸ਼ਕਲਾਂ ਵੱਖ-ਵੱਖ ਹੈਗੀਆਂ, ਉਹਨਾਂ ਦੇ ਸਟੇਟ ਜਿਹੜੇ ਹੈ ਰਾਜ ਜਾਂ ਅਸੀਂ ਕਹਿ ਲਈਏ ਸੂਬੇ, ਉਹ ਵੱਖ-ਵੱਖ ਸੂਬਿਆਂ ਦੇ ਬੇਸ਼ੱਕ ਤੇ ਹੈਗੇ, ਪਰ ਜਿੱਥੋਂ ਤੱਕ ਧਰਮ ਦਾ ਸੰਬੰਧ ਹੈ ਉਹਨਾਂ ਦਾ ਅਸੀਂ ਇਹ ਨਹੀਂ ਕਹਿ ਸਕਦੇ ਕਿ ਉਹ 35 ਦੇ 35 ਮਹਾਂਪੁਰਸ਼ਾਂ ਦੇ 35 ਧਰਮ ਨੇ। ਉਹ 35 ਧਰਮਾਂ 'ਚ ਨਹੀਂ ਆਉਂਦੇ, ਕਿਉਂਕਿ ਜਿਹੜੀ ਪਰਿਭਾਸ਼ਾ ਧਰਮ ਦੀ ਗੁਰੂ ਨਾਨਕ ਪਾਤਸ਼ਾਹ ਨੇ ਦਿੱਤੀ ਹੈ ਨਾ, ਉਹਦੇ ਮਰਜ਼ਾਦਾ ਦੇ ਮੁਤਾਬਕ, ਉਸ ਧਰਮ ਦੇ ਮੁਤਾਬਕ ਉਹਨਾਂ ਦਾ ਇੱਕੋ ਹੀ ਧਰਮ ਸੀ। ਉਹ ਧਰਮ ਕੀ ਸੀ? ਸਰਬ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਵੀ ਸਾਰੇ ਧਰਮਾਂ ਤੋਂ ਉੱਤਮ ਧਰਮ ਹੈ ਪਰਮਾਤਮਾ ਦਾ ਨਾਮ ਜਪੋ, ਹਾਂਜੀ, ਉਸੇ ਤਰ੍ਹਾਂ ਤੇ ਨੇਕ ਕੰਮ ਕਰੋ। ਜੇ ਪਿੱਛੋਂ ਮਿਲ ਕੇ ਉਹ ਵੱਖ-ਵੱਖ ਧਰਮਾਂ ਦੇ ਮੰਨ ਲਓ ਜੇ ਹੋਏ ਵੀ ਕੁਛ ਲੋਕ ਵੀ ਹੋਏ, ਤਾਂ ਪ੍ਰਸ਼ੰਸਾ ਤਾਂ ਘਰ ਦੀ ਹੁੰਦੀ ਹੈ ਨਾ, ਵੀ ਘਰ ਖੂਬਸੂਰਤੀ ਹੈ, ਇੱਟਾਂ ਜਾਂ ਸੀਮੈਂਟ ਦੀ ਨਾ ਹੁੰਦੀ ਜੀ। ਮਿਲ ਕੇ ਦਰਅਸਲ ਜੇ ਸਿੱਖਾਂ ਦੇ ਉੱਤੇ ਅੱਜ ਸਾਰੇ ਦੁਨੀਆ ਦੇ ਵਿੱਚ ਮਤਸਵੀ ਲੋਕਾਂ ਵੱਲੋਂ, ਸਾਰਿਆਂ ਵੱਲੋਂ ਨਹੀਂ, ਹਾਂਜੀ ਹਾਂਜੀ, ਮਤਸਵੀ ਲੋਕਾਂ ਵੱਲੋਂ ਹਮਲੇ ਕੀਤੇ ਜਾ ਰਹੇ ਨੇ ਨਾ, ਉਹਦਾ ਸਭ ਤੋਂ ਵੱਡਾ ਕਾਰਨ ਹੀ ਇਹ ਹੈ ਕਿ ਜੋ ਵਿਚਾਰਧਾਰਾ ਅੱਜ ਸੰਸਾਰ ਨੂੰ ਸਿੱਖ ਧਰਮ ਨੇ ਦਿੱਤੀ ਨਾ, ਉਹਦੇ ਨਾਲ ਦੀ ਵਿਚਾਰਧਾਰਾ ਹੈ ਕਿਸੇ ਕੋਲ ਨਹੀਂ। ਅਤੇ ਪੁਜਾਰੀਵਾਦ ਹਮੇਸ਼ਾ ਹੀ ਈਰਖਾ ਕਰਦਾ ਰਿਹਾ। ਉਹ ਪੁਜਾਰੀ ਭਾਵੇਂ ਕਿਸੇ ਧਰਮ ਦਾ ਹੈ, ਮੈਂ ਨਾਂ ਨਹੀਂ ਲੈਣੇ, ਵੱਖ-ਵੱਖ ਨਿਆਰੇ ਵਿਚਾਰ ਤੇ ਨਿਆਰਾਪਣ, ਬਹਾਦਰੀ ਦੇ ਕਿੱਸੇ ਇਹ ਸਿੱਖਾਂ ਦੇ ਵਿੱਚ ਜ਼ਿਆਦਾ ਹੋਣ ਕਰਕੇ ਸਿੱਖ ਇਤਿਹਾਸ ਬਹਾਦਰੀ ਦਾ ਇੱਕ ਮਤਲਬ ਕਿ ਪ੍ਰਤੀਕ ਹੈ ਜੀ, ਉਸੇ ਕਰਕੇ ਟਾਰਗੇਟ ਕੀਤਾ ਜਾ ਰਿਹਾ। ਟਾਰਗੇਟ ਉਸੇ ਕਰਕੇ ਵੀ ਇਹ ਵਿਚਾਰਧਾਰਾ ਨੇ ਕੱਲ੍ਹ ਨੂੰ ਹਾਵੀ ਹੋ ਜਾਣਾ। ਇਹ ਮੈਂ ਨਹੀਂ ਕਹਿੰਦਾ, 400 ਸਾਲਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਬਣਾਇਆ ਗਿਆ। ਸ਼ਾਹੀ ਇਮਾਮ ਸਾਹਿਬ ਬੁਖਾਰੀ ਸਾਹਿਬ ਉਹਨਾਂ ਦਾ ਨਾਂ, ਮਸਕੀਨ ਸਾਹਿਬ ਵਾਰ-ਵਾਰ ਉਹਨਾਂ ਦਾ ਨਾਂ ਲੈਂਦੇ ਆ। ਉਹਨਾਂ ਨੇ ਇੱਕ ਗੱਲ ਕਹੀ ਸੀ ਆਪਣੇ ਸੰਬੋਧਨ ਦੇ ਵਿੱਚ, ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਜਦੋਂ ਆਏ ਨਾ 400 ਸਾਲਾਂ 'ਤੇ, ਸਟੇਜ 'ਤੇ ਬੋਲਦਿਆਂ ਕਹਿੰਦੇ ਉਹਨਾਂ ਨੇ ਗੱਲ ਕਹੀ ਸੀ ਇਹ ਕਿ ਅਜੇ ਸਾਰੀ ਦੁਨੀਆ ਸਿਆਣੀ ਨਹੀਂ ਹੋਈ, ਜਿੱਦਣ ਸਾਰੀ ਦੁਨੀਆ ਸਿਆਣੀ ਹੋ ਗਈ। ਇੱਕ ਮੁਸਲਮਾਨ ਇਹ ਗੱਲ ਕਹਿ ਰਿਹਾ ਜੀ
ਜਿੱਦਣ ਸਾਰੀ ਦੁਨੀਆ ਸਿਆਣੀ ਹੋ ਗਈ ਨਾ, ਉਦੋਂ ਸਾਰੀ ਦੁਨੀਆ ਦਾ ਇੱਕੋ ਇੱਕ ਧਰਮ ਹੋਣਾ ਹੈ ਤੇ ਇੱਕੋ ਇੱਕ ਗੁਰੂ ਹੋਣਾ ਹੈ। ਉਹ ਧਰਮ ਹੋਏਗਾ ਸਿੱਖ ਧਰਮ, ਤੇ ਇੱਕੋ ਗੁਰੂ ਹੋਏਗਾ ਕੇਵਲ ਤੇ ਕੇਵਲ ਸ਼੍ਰੀ ਗੁਰੂ ਗ੍ਰੰਥ ਸਾਹਿਬ, ਕਿਉਂਕਿ ਅਜੇ ਦੁਨੀਆ ਸਿਆਣੀ ਨਹੀਂ ਹੋਈ। ਤੇ ਪੁਜਾਰੀਵਾਦ ਨੂੰ ਇਸ ਵੇਲੇ ਫਿਕਰ ਪੈ ਚੁੱਕਾ ਹੈ ਬਈ ਜੇ ਕਿਤੇ ਇਹ ਗੱਲ ਸੱਚ ਹੋ ਗਈ, ਸਿੱਖੀ ਦਾ ਬੋਲਬਾਲਾ ਵੱਧਦਾ ਗਿਆ, ਤੇ ਸਾਰਿਆਂ ਦੀਆਂ ਦੁਕਾਨਾਂ ਜਿਹੜੀਆਂ ਨਾ ਉਹ ਡਾਵਾਂ-ਡੋਲ ਹੋ ਜਾਣੀਆਂ ਹੈ। ਲਾਈਵ ਗੁਰੂ ਦਾ ਦਰਜਾ ਵੀ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਮਿਲਿਆ ਹੋਇਆ ਜੀ। ਬਿਲਕੁਲ। ਕਿਤੇ ਹੁਣ ਬਾਹਰ ਦੀ ਸਰਕਾਰ ਨੇ ਵੀ ਇੱਕ ਨੇ ਜਗਤ ਗੁਰੂ ਦਾ ਦਰਜਾ ਦੇ ਦਿੱਤਾ। ਹਿੰਦੁਸਤਾਨ ਦੀ ਸੁਪਰੀਮ ਕੋਰਟ ਨੇ ਇਹ ਮੇਰੇ ਕੋਲ ਡੇਟ ਲਿਖੀ ਪਈ ਹੈ, ਜਦੋਂ ਉਹਨਾਂ ਨੇ 2008 ਦੀ ਗੱਲ ਹੈ ਸ਼ਾਇਦ, 2 ਅਗਸਤ ਦਿਨ ਐਤਵਾਰ ਸੀ, ਮੈਂ ਖਬਰਾਂ ਸੁਣਦਾ ਸੀ, ਉਦੋਂ ਦਾ ਕੋਰਟ ਦਾ ਫੈਸਲਾ ਜਿਹੜਾ ਸੀ ਉਹ ਉਹਨਾਂ ਨੇ ਕਿਹਾ ਸੀ ਵੀ ਜੀਵਤ ਗੁਰੂ ਜਿਹੜਾ ਨਾ ਲਿਵਿੰਗ ਡਿਵਾਈਨ ਲਿਖਿਆ ਹੈ ਮੈਕਾਲਫ ਨੇ, ਕਿ ਹੁਣ ਸਿੱਖਾਂ ਨੂੰ ਕਿਸੇ ਦੇਹਧਾਰੀ ਗੁਰੂ ਜਾਂ ਕਿਸੇ ਹੋਰ ਆਗੂ ਦੀ ਲੋੜ ਨਹੀਂ, ਕਿਉਂਕਿ ਸਿੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਜਾਗਤ ਜੋਤ ਗੁਰੂ ਲਿਵਿੰਗ ਡਿਵਾਈਨ ਪ੍ਰਿੰਸੀਪਲ ਸਤਵੀਰ ਸਿੰਘ ਕਹਿੰਦੇ ਹੁੰਦੇ ਸੀ, ਉਹਨਾਂ ਨੇ ਸ਼ਬਦ ਵਰਤੇ ਹੈ ਵੀ ਲਿਵਿੰਗ ਡਿਵਾਈਨ ਮਿਲ ਗਿਆ, ਜਾਗਤ ਜੋਤ ਗੁਰੂ ਮਿਲ ਚੁੱਕਿਆ ਹੈ। ਹੁਣ ਉਹ ਗੁਰੂ ਨੇ ਕਦੇ ਮਰਨਾ ਨਹੀਂ, ਕਦੇ ਖਤਮ ਨਹੀਂ ਹੋਣਾ। ਕਿੰਨੀ ਜ਼ੋਰ ਲਾ ਲਿਆ ਬਾਬਰ ਤੋਂ ਲੈ ਕੇ ਅੱਜ ਤੱਕ, ਹੁਣ ਵੀ ਰੋਜ਼ਾਨਾ ਕਿਤੇ ਨਾ ਕਿਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹੋਂਦ ਕਾਹਦੇ ਵਾਸਤੇ ਚੈਲੰਜ ਕੀਤੀ ਜਾ ਰਹੀ। ਪਰ ਗੁਰੂ ਪਾਤਸ਼ਾਹ ਨੇ ਕਿਹਾ ਸੀ ਸਿੱਖੋ ਤੁਸੀਂ ਡਰਨਾ ਨਹੀਂ, ਤੁਹਾਡਾ ਗੁਰੂ ਮੈਂ ਐਸੇ ਗੁਰੂ ਦੇ ਲੜ ਲਾ ਦਿੱਤਾ ਜਿਹੜਾ ਧਰਤੀ ਦੀ ਹੋਂਦ ਤੋਂ ਪਹਿਲਾਂ ਵੀ ਸੀ, ਧਰਤੀ ਦੀ ਹੋਂਦ ਤੋਂ ਬਾਅਦ ਵੀ ਹੈ। ਔਰ 550 ਸਾਲ ਪਹਿਲਾਂ ਗੁਰੂ ਨਾਨਕ ਦੇਵ ਜੀ ਵੇਲੇ ਵੀ ਸਿੱਧ ਪੁੱਛਦੇ ਤੇਰਾ ਕਵਣ ਗੁਰੂ ਜਿਸਕਾ ਤੂੰ ਚੇਲਾ। 312 ਸਾਲ ਪਹਿਲਾਂ ਗੁਰੂ ਗੋਬਿੰਦ ਸਿੰਘ ਜੀ ਗੁਰਗੱਦੀ 'ਤੇ ਉਹਨੂੰ ਵਿਰਾਜ ਕਰ ਰਹੇ, ਆਗਿਆ ਭਈ ਅਕਾਲ ਕੀ ਤਵੀ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਜੀ। ਤੇ ਅੱਜ ਵੀ ਸਾਡਾ ਗੁਰੂ ਹੈ, ਅੱਜ ਤੋਂ ਬਾਅਦ ਕੱਲ੍ਹ ਵਾਸਤੇ, ਬਲਕਿ ਜਦੋਂ ਤੱਕ ਸ੍ਰਿਸ਼ਟੀ ਹੈ ਸਾਡਾ ਗੁਰੂ ਕਾਇਮ ਰਹੇਗਾ। ਸਤਿਗੁਰੂ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਵਿਨਾਸ਼ੀ ਪੁਰਖ ਹੈ ਸਭ ਮੈਂ ਰਿਹਾ ਸਮਾਏ। ਇਸ ਲਈ ਇਹ ਵਿਚਾਰਧਾਰਾ ਨੇ ਇੱਕ ਦਿਨ ਪੂਰੀ ਦੁਨੀਆ ਨੂੰ ਆਪਣੇ ਕਲਾਵੇ ਵਿੱਚ ਲੈਣਾ ਹੈ, ਤੇ ਹਰ ਧਰਮ ਦਾ ਪੁਜਾਰੀਵਾਦ ਇਸ ਵੇਲੇ ਬੁਖਲਾ ਉੱਠਿਆ ਵਾ। ਤਾਂ ਹੀ ਅਫਗਾਨਿਸਤਾਨ ਦੇ ਵਿੱਚ ਗੁਰਦੁਆਰੇ ਵਿੱਚ ਜਾ ਕੇ ਕਿੰਨੇ 50 26 ਬੰਦੇ ਮਾਰ ਦਿੱਤੇ ਜਾਂਦੇ ਆ। ਹਿੰਦੁਸਤਾਨ ਦੀ ਧਰਤੀ 'ਤੇ 1984 ਦੇ ਵਿੱਚ ਹਜ਼ਾਰਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਬੀੜਾਂ ਗਾਇਬ ਕੀਤੀਆਂ। ਇਹੀ ਜ਼ਕਰੀਆ ਖਾਨ ਕਰਦਾ ਰਿਹਾ, ਇਹੀ ਮੀਰ ਮੰਨੂ ਕਰਦਾ ਰਿਹਾ, ਇਹੀ ਯਹੀਆ ਖਾਨ, ਤੇ ਉਦੋਂ ਤੋਂ ਲੈ ਕੇ ਨਾਦਰ ਸ਼ਾਹ ਅਬਦਾਲੀ ਕਿਸੇ ਨਾ ਕਿਸੇ ਰੂਪ ਵਿੱਚ ਅੰਗਰੇਜ਼ਾਂ ਨੇ ਵੀ ਇਹੀ ਕੁਝ ਕੀਤਾ, ਤੇ ਅੱਜ ਵੀ ਸਾਡੇ ਨਾਲ ਇਹੀ ਕੁਝ ਹੋ ਰਿਹਾ। ਇੰਨੀ ਗੱਲ ਹੈ ਵੀ ਉਸ ਵੇਲੇ ਜ਼ਮਾਨਾ ਜਿਹੜਾ ਸੀ ਤਲਵਾਰ ਦਾ ਜ਼ਮਾਨਾ ਸੀ, ਸਿੱਖ ਸਾਹਮਣੇ ਹੋ ਕੇ ਟੱਕਰ ਲੈ ਕੇ ਉਹਨਾਂ ਨੂੰ ਛੱਕੇ ਛੁਡਾ ਦਿੰਦੇ ਸੀ। ਪਰ ਅੱਜ ਦਾ ਦੁਸ਼ਮਣ ਜਿਹੜਾ ਬੜਾ ਸਿਆਣਾ ਹੋ ਗਿਆ, ਹੁਣ ਉਹ ਪਰਦੇ ਦੇ ਪਿੱਛੇ, ਸਕਰੀਨ ਦੇ ਪਿੱਛੇ ਰਹਿ ਕੇ ਹੁਣ ਉਹ ਇਹ ਕਾਰਵਾਈਆਂ ਕਰ ਰਿਹਾ ਜਿਹਦੇ ਤੱਕ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹੋਂਦ। ਉਦੋਂ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਗੁਰੂ ਕਹਿਣ 'ਤੇ ਪਾਬੰਦੀ ਲਾਤੀ ਸੀ ਜ਼ਕਰੀਆ ਖਾਨ ਨੇ, ਗੁੜ ਕਹਿਣ 'ਤੇ ਵੀ ਕੋਈ ਗੁੜ ਨਾ ਬੋਲੋ ਕਿਉਂਕਿ ਗੁਰੂ ਚੇਤੇ ਆ ਜਾਂਦਾ, ਕੋਈ ਗ੍ਰੰਥ ਨਾ ਬੋਲਿਓ, ਤੁਸੀਂ ਪੋਥੀ ਬੋਲਣਾ ਹੈ ਕਿਉਂਕਿ ਪੋਥੀ ਇਹਦੇ ਨਾਲ ਗੁਰੂ ਗ੍ਰੰਥ ਸਾਹਿਬ ਚੇਤੇ ਆ ਜਾਂਦਾ। ਇੱਦਾਂ ਹੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਚੱਕ ਕੇ ਦਰਿਆਵਾਂ 'ਚ ਸਿੱਟੇ, ਹਜ਼ਾਰਾਂ ਬੀੜਾਂ ਜਿਹੜੀਆਂ ਉਹ ਕੀਤੀਆਂ, ਪਰ ਸਾਡਾ ਗੁਰੂ ਨੂੰ ਕੋਈ ਖਤਮ ਕਰ ਸਕਿਆ। ਸਤਿਗੁਰੂ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਵਿਨਾਸ਼ੀ ਪੁਰਖ ਹੈ ਸਭ ਮੈਂ ਰਿਹਾ ਸਮਾਏ। ਇਹ ਸਾਡੇ ਗੁਰੂ ਨੇ ਹਮੇਸ਼ਾ ਕਾਇਮ ਰਹਿਣਾ ਹੈ ਜੀ। ਬਾਕੀ ਗੁਰੂਆਂ ਨੂੰ ਹਰ ਵੇਲੇ ਬਾਡੀਗਾਰਡਾਂ ਦੀ ਲੋੜ ਹੈ, ਹਰ ਵੇਲੇ ਡਾਕਟਰਾਂ ਦੀ ਲੋੜ ਹੈ, ਕਿਤੇ ਫੂਕ ਨਾ ਕੱਢ ਦੇਵੇ, ਕੋਈ ਹੋਰ ਕੁਝ ਨਾ ਕਰ ਦੇਵੇ। ਪਰ ਸਾਡੇ ਗੁਰੂ ਮਗਰ ਦੇਖੇ ਕਦੀ ਬਾਡੀਗਾਰਡ, ਤੇ ਕਿੰਨਿਆਂ ਨੇ ਜ਼ੋਰ ਲਾ ਲਿਆ ਸਾਡੇ ਗੁਰੂ ਨੂੰ ਖਤਮ ਕਰਨ ਵਾਸਤੇ। ਪਰ ਸਾਡਾ ਗੁਰੂ ਜਿਹੜਾ ਪਰਮਾਤਮਾ ਦੀ ਜੋਤ ਹੈ, ਗੁਰੂ ਨਾਨਕ ਪਾਤਸ਼ਾਹ ਨੇ ਹੁਣ ਕਦੇ ਵੀ ਜਾਣਾ ਨਹੀਂ, ਉਹਨਾਂ ਨੇ ਇੱਥੇ ਰਹਿਣਾ। ਤੇ ਮਾਰਿਆ ਸਿੱਕਾ ਜਗਤ ਵਿੱਚ ਜਿਹੜਾ ਗੁਰੂ ਨਾਨਕ ਪਾਤਸ਼ਾਹ ਨੇ ਨਿਰਮਲ ਪੰਥ ਚਲਾਇਆ ਸੀ, ਉਹ ਸ਼ਬਦ ਜਿੱਤੀ ਸਿੱਧ ਮੰਡਲੀ ਕੀਤੋ ਸਪਨਾ ਪੰਥ ਨਿਰਾਲਾ। ਸ਼ਾਹੀ ਇਮਾਮ ਸਾਹਿਬ ਨੇ ਤਾਂ ਕਿਹਾ ਸੀ ਅਜੇ ਸਾਰੀ ਦੁਨੀਆ ਸਿਆਣੀ ਨਹੀਂ ਹੋਈ, ਪਰ ਸਾਡੀ ਬਦਕਿਸਮਤੀ ਵੀ ਅਸੀਂ ਸਿੱਖੇ ਹੀ ਸਿਆਣੇ ਨਹੀਂ ਹੋਏ। ਸਾਡੇ ਵਿੱਚ ਇੱਦਾਂ ਦਾ ਬਿਕਾਊ ਮਾਲ ਹੈ ਜਿਨ੍ਹਾਂ ਦੀਆਂ ਤੁਸੀਂ ਗੱਲਾਂ ਕਰ ਰਹੇ ਹੋ, ਜਿਨ੍ਹਾਂ ਤੋਂ ਸਵਾਲ ਪੁੱਛ ਰਹੇ ਹੋ ਵੀ ਉਹਨੇ ਆਹ ਕਹਿਤਾ, ਉਹ ਭੁੱਖ ਨੰਗ ਦੀ ਲੜਾਈ ਲੜ ਰਹੇ ਆ। ਉਹ ਜਿੱਧਰ ਤੇ ਬੁਰਕੀ ਮਿਲਦੀ ਹੈ ਉੱਧਰ ਉਹ ਕਹਿ ਦਿੰਦੇ ਆ ਵੀ ਜੀ ਬਸ ਇਹ ਅਸੀਂ ਵੀ ਉਹਨਾਂ 'ਚੋਂ ਹੀ ਹਾਂ। ਪਰ ਗੁਰਬਾਣੀ ਜਿਹੜੀ ਹੈ ਉਹ ਇਸ ਗੱਲ ਦੀ ਗਵਾਹੀ ਭਰਦੀ ਹੈ ਕਿ ਸਾਡੇ ਕੋਲ ਜੋ ਖਜ਼ਾਨਾ ਹੈ ਉਹ ਪਿਓ ਦਾਦੇ ਦਾ ਖਜ਼ਾਨਾ, ਜਦ ਤੱਕ ਸਿੱਖ ਪੜ੍ਹ ਕੇ ਨਹੀਂ ਦੇਖਦੇ, ਸੁਣਦੇ ਨਹੀਂ, ਉਦੋਂ ਤੱਕ ਸਿੱਖਾਂ ਨੇ ਇੱਦਾਂ ਹੀ ਟੱਕਰਾਂ ਖਾਈ ਜਾਣੀਆਂ। ਮੈਂ ਬੇਨਤੀ ਕਰਾਂਗਾ ਤੁਹਾਡੇ ਮੀਡੀਆ ਦੇ ਰਾਹੀਂ, ਤੁਹਾਡੇ ਚੈਨਲ ਦੇ ਰਾਹੀਂ ਕਿ ਸਿੱਖੋ, ਪੜ੍ਹੋ, ਆਪ ਪੜ੍ਹੋ। ਸਾਡੀ ਇਹ ਬਦਕਿਸਮਤੀ ਰਹੀ ਕਿ ਅਸੀਂ ਪੜ੍ਹਦੇ ਰਹੇ, ਅਸੀਂ ਲੜਦੇ ਰਹੇ, ਦੇ ਦੱਖਣ ਵਾਲੇ ਪੜ੍ਹਦੇ ਰਹੇ। ਉਹ ਦੱਖਣ ਵਿੱਚੋਂ ਕਿਹੜੇ ਵਿਦਵਾਨ ਕਿਹੜੇ ਪੈਦਾ ਹੋ ਗਏ ਵੀ ਉਹਨਾਂ ਨੇ ਆਪਣੇ ਧਰਮਾਂ ਨੂੰ ਬਚਾ ਲਿਆ, ਅਤੇ ਅਸੀਂ ਪਹਿਲਾਂ ਵਿਦੇਸ਼ੀਆਂ ਨਾਲ ਲੜਦੇ ਰਹੇ, ਅਤੇ ਜਦੋਂ ਵਿਦੇਸ਼ੀ ਹਟ ਗਏ ਅੰਗਰੇਜ਼ਾਂ ਨਾਲ ਲੜੇ, ਅੰਗਰੇਜ਼ਾਂ ਦੇ ਬਾਅਦ ਹੁਣ ਵੀ ਲੜਾਈ ਜਾਰੀ ਹੈ। ਅਤੇ ਉਹਦੇ ਬਾਅਦ
ਜੇ ਕਿਤੇ ਨਾ ਬਣੇ ਤਾਂ ਅਸੀਂ ਆਪਸ ਵਿੱਚ ਲੜਦੇ ਰਹਿੰਦੇ। ਆਪਣੇ ਧਰਮ ਵੱਲ, ਧਰਮ ਪ੍ਰਚਾਰ ਵੱਲ, ਆਪਣੇ ਮਹਾਨ ਵਿਰਸੇ ਵੱਲ ਅਸੀਂ ਧਿਆਨ ਹੀ ਨਹੀਂ ਦੇ ਰਹੇ। ਬਿਲਕੁਲ ਜੀ। ਤੇ ਇਸ ਚੀਜ਼ ਨੂੰ ਹੁਣ ਤੁਸੀਂ ਕਿਵੇਂ ਵੇਖਦੇ ਹੋ? ਠੀਕ ਹੈ, ਉਹਨਾਂ ਦਾ ਅੱਜ ਦਾ ਦਿਨ ਸੀ ਤੇ ਉਸਾਰੀ ਲਈ ਨੀਂਹ ਪੱਥਰ ਰੱਖਿਆ ਗਿਆ, ਬਹੁਤ ਸਤਿਕਾਰ ਹੈ, ਅਸੀਂ ਸਤਿਕਾਰ ਕਰਦੇ ਹਾਂ। ਪਰ ਸਾਡੇ ਗੁਰੂ ਨੇ ਹੁਕਮ ਇਹ ਵੀ ਕੀਤਾ ਹੈ ਜੀ, ਦੁਬਿਧਾ ਨਾ ਪੜੋ, ਹਰ ਬਿਨ ਹੋਰ ਨਾ ਪੂਜੋ, ਮਣੇ ਮਸਾਣ ਨਾ ਜਾਈ। ਵੀ ਅਸੀਂ ਜਿੱਥੇ ਬੁੱਤ ਪੂਜਾ ਵਗੈਰਾ ਜਾਂ ਇਸ ਤਰ੍ਹਾਂ ਦੇ ਹੁੰਦੇ ਸਾਨੂੰ ਮਨਾ ਹੈ। ਤੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਇਸ ਦਾ ਸੱਦਾ ਪੱਤਰ ਦਿੱਤਾ ਗਿਆ ਸੀ ਪਰ ਉਹ ਗਏ ਨਹੀਂ ਜੀ, ਇਹਨੂੰ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ? ਮੈਂ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਦਾ ਬਹੁਤ ਕਾਇਲ ਹੈ, ਅੱਛਾ। ਕਿਉਂਕਿ ਪਹਿਲੀ ਵਾਰੀ ਜਥੇਦਾਰ ਮਿਲਿਆ ਹੈ ਜਿਹਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਜਿਹੜੀ ਪਦਵੀ ਸੀ ਉਹਦੀ ਮਹਾਨਤਾ ਨੂੰ ਬਰਕਰਾਰ ਰੱਖਣ ਦਾ ਯਤਨ ਕਰ ਰਹੇ ਆ। ਇਹ ਵੱਖਰੀ ਗੱਲ ਹੈ ਵੀ ਤਾਕਤਾਂ ਜਿਹੜੀਆਂ ਸਿੱਖੀ ਸ਼ਕਲ ਦੇ ਵਿੱਚ ਹੀ ਉਹਨਾਂ ਦੇ ਮਗਰ ਹੱਥ ਧੋ ਕੇ ਪਈਆਂ ਹੋਈਆਂ ਹੈ, ਕਈ ਕਿਸਮ ਦੀਆਂ ਰੁਕਾਵਟਾਂ ਉਹਨਾਂ ਦੇ ਵਾਸਤੇ ਹੋ ਰਹੀਆਂ। ਬਾਕੀ ਜਥੇਦਾਰ ਸਾਹਿਬ ਨੇ ਜੋ ਫੈਸਲਾ ਕੀਤਾ ਹੈ ਉਹ ਕੋਈ ਗਲਤ ਫੈਸਲਾ ਨਹੀਂ। ਤੇ ਮੈਂ ਤਾਂ ਇਸ ਗੱਲ ਬਾਰੇ ਵੀ ਮੈਂ ਇਸ ਗੱਲ ਵਾਸਤੇ ਜਾਣੀ ਸਮਝਦਾ ਕਿ ਗੁਰੂ ਨਾਨਕ ਪਾਤਸ਼ਾਹ ਨੇ ਵੱਖ-ਵੱਖ ਸਥਾਨਾਂ 'ਤੇ ਜਾ ਕੇ ਸੱਚ ਕੀ ਬਾਣੀ ਨਾਨਕ ਆਖੈ, ਸੱਚ ਸੁਣਾਏ ਸੀ, ਸੱਚ ਕੀ ਬੇਲਾ। ਜੇ ਜਥੇਦਾਰ ਸਾਹਿਬ ਚੱਲ ਵੀ ਜਾਂਦੇ ਨਾ ਤਾਂ ਮੈਨੂੰ 100% ਆਸ ਹੈ ਉਹਨਾਂ ਨੇ ਆਪਣੀ ਗੱਲ ਉਵੇਂ ਹੀ ਕਰਨੀ ਸੀ, ਠੋਕ ਵਜਾ ਕੇ, ਜਿਵੇਂ ਕਰਤਾਰਪੁਰ ਦੇ ਲਾਂਘੇ ਵੇਲੇ ਕੀਤੀ ਸੀ। 370 ਧਾਰਾ ਕਸ਼ਮੀਰ ਦੀ ਔਰ ਜੋ ਸੰਬੋਧਨ ਕੀਤਾ ਸੀ ਤੁਹਾਨੂੰ ਸਾਰਿਆਂ ਨੂੰ ਚੇਤੇ ਹੈ। ਉਹਨਾਂ ਨੇ ਨਿਡਰ ਹੋ ਕੇ ਬੇਬਾਕੀ ਦੇ ਨਾਲ ਸਿੱਖੀ ਸਿਧਾਂਤਾਂ ਨੂੰ ਪ੍ਰਗਟ ਕਰਕੇ ਇਹ ਗੱਲ ਕਹਿ ਦਿੱਤੀ ਸੀ ਕਿ ਗੁਰੂ ਨਾਨਕ ਦਾ ਧਰਮ ਸਾਰਿਆਂ ਨੂੰ ਆਪਣੇ ਕਲਾ ਵਿੱਚ ਲੈਂਦਾ ਹੈ, ਕੇਵਲ ਤੇ ਕੇਵਲ ਜ਼ਬਰ ਤੇ ਜ਼ੁਲਮ ਦੇ ਖਿਲਾਫ ਹੈ। ਇਹੀ ਗੱਲ ਗੁਰੂ ਤੇਗ ਬਹਾਦਰ ਜੀ ਨੇ ਆਖੀ ਸੀ ਜਦੋਂ ਕਾਜੀ ਅਬਦੁਲ ਵਹਾਬ ਬੋਹਰਾ ਚੌਂਕ ਦੇ ਵਿੱਚ ਪਟਾਕੇ ਜਲਾਲੂਦੀਨ ਜਿਹੜਾ ਸਾਹਮਣੇ ਤਲਵਾਰ ਤਿੱਖੀ ਕਰ ਰਿਹਾ, ਤੇ ਉਸ ਵੇਲੇ ਕਾਜੀ ਅਬਦੁਲ ਵਹਾਬ ਬੋਹਰਾ ਨੇ ਇੱਕ ਸਵਾਲ ਪੁੱਛਿਆ ਸੀ ਗੁਰੂ ਤੇਗ ਬਹਾਦਰ ਸਾਹਿਬ, ਪਹਿਲੇ ਜਾਮੇ ਵਿੱਚ ਤੁਹਾਡੀ ਸਾਰੀ ਬਰਾਦਰੀ ਤੁਹਾਨੂੰ ਕਹਿ ਰਹੀ ਸੀ ਵੀ ਜੰਝੂ ਪਾ ਲਓ, ਜੰਝੂ ਪਾ ਲਓ, ਤੁਸੀਂ ਅੜ ਗਏ, ਮੈਂ ਨਹੀਂ ਪਾਣਾ। ਅੱਜ ਅਸੀਂ ਤੁਹਾਡੀ ਮਦਦ ਕਰਨ ਲੱਗੇ ਹਾਂ ਕਿ ਇਹ ਜੰਝੂ ਲਾ ਕੇ ਅਸੀਂ ਸਿੱਖਾਂ ਦੀ ਗੱਲ ਕਰੀਏ, ਤੇ ਹੁਣ ਤੁਸੀਂ ਜੰਝੂ ਲਾਉਣ ਦੇ ਖਿਲਾਫ ਵੀ ਆਪਣੀ ਜਾਨ ਵੀ ਦੇ ਰਹੇ ਆ। ਇਹ ਕਿਆ ਮਾਜਰਾ ਕਿਆ ਇਹ ਕਹਿਣਾ ਕਿਆ ਚਾਹੁੰਦੇ ਹੋ ਤੁਸੀਂ? ਤੇ ਸੱਚੇ ਪਾਤਸ਼ਾਹ ਨੇ ਉਸ ਵੇਲੇ ਇਹ ਗੱਲ ਆਖੀ ਸੀ, ਕਾਜੀ ਸਾਹਿਬ ਉਦੋਂ ਜਬਰੀ ਪਾਇਆ ਜਾਂਦਾ ਸੀ, ਮੈਂ ਪਾਣ ਨਹੀਂ ਦਿੱਤਾ। ਅੱਜ ਜਬਰੀ ਲਾਇਆ ਜਾ ਰਿਹਾ ਹੈ ਤੇ ਮੈਂ ਲਾਣ ਨਹੀਂ ਦੇਣਾ। ਭਾਵੇਂ ਇਸ ਤਿਲਕ ਜੰਝੂ ਦੇ ਵਿੱਚ ਮੇਰਾ ਵਿਸ਼ਵਾਸ ਨਹੀਂ, ਨਾ ਮੈਂ ਮੰਦਰਾਂ ਵਿੱਚ ਜਾਂਦਾ ਹਾਂ, ਨਾ ਮੈਂ ਟੱਲ ਖੜਕਾਉਂਦਾ ਹਾਂ, ਨਾ ਮੈਂ ਬੋਧੀ ਰੱਖੀ ਹੋਈ ਹੈ, ਨਾ ਮੈਂ ਟਿੱਕਾ ਨਾ ਧੋਤੀ ਲਾਉਂਦਾ ਹਾਂ, ਪਰ ਕਿਉਂਕਿ ਇਹ ਗੁਰੂ ਨਾਨਕ ਦੀ ਸ਼ਰਨ ਵਿੱਚ ਆਏ ਨੇ ਤੇ ਗੁਰੂ ਨਾਨਕ ਪਾਤਸ਼ਾਹ ਦਾ ਸਿਧਾਂਤ ਹੈ, ਜੋ ਸ਼ਰਨ ਆਵੇ ਤਿਸ ਕੰਠ ਲਾਵੇ, ਇਹ ਬਿਰਧ ਸੁਆਮੀ ਸੰਦਾ। ਇਹ ਲਈ ਖਾਲਸਾ ਜਾਂ ਸਿੱਖ ਜਾਂ ਗੁਰੂ ਨਾਨਕ ਦਾ ਧਰਮ ਜ਼ਬਰ ਤੇ ਜ਼ੁਲਮ ਦੇ ਖਿਲਾਫ ਹੈ। ਉਹ ਜ਼ਬਰ ਕੋਈ ਵੀ ਹੋਵੇ ਜੀ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਇੱਥੇ ਮਸੰਦ ਵੀ ਫੂਕ ਦਿੱਤੇ ਜਦੋਂ ਉਹਨਾਂ ਦੀਆਂ ਕਾਲੀਆਂ ਕਰਤੂਤਾਂ ਦੇਖੀਆਂ। ਗੱਲ ਜ਼ਬਰ ਦੇ ਖਿਲਾਫ ਹੈ, ਗੱਲ ਕਿਸੇ ਧਰਮ ਦੇ, ਕਿਸੇ ਮਜ਼ਹਬ ਦੇ, ਕਿਸੇ ਵਿਅਕਤੀ ਦੇ ਖਿਲਾਫ ਨਹੀਂ। ਸਿੱਖ ਧਰਮ ਦੀ ਲੜਾਈ ਜ਼ਬਰ ਤੇ ਜ਼ੁਲਮ ਦੇ ਖਿਲਾਫ ਹੈ। ਇਹ ਇੱਕ ਆਏਗਾ, ਦੂਜਾ ਆਏਗਾ, ਸ਼ਹੀਦ ਹੁੰਦੇ ਜਾਣਗੇ, ਲਾਈਨਾਂ ਲੱਗਦੀਆਂ ਜਾਣਗੀਆਂ। 500 ਸਾਲ ਤਾਂ ਇੱਦਾਂ ਹੀ ਬੀਤਿਆ ਹੈ। ਅੱਗੇ ਗੁਰੂ ਨਾਨਕ ਪਾਤਸ਼ਾਹ ਨੇ ਡਿਊਟੀ ਹੋਈ ਐਸੀ ਲਾਤੀ। ਹੁਣ ਜੇ ਕੋਈ ਫੌਜੀਆਂ ਨੂੰ ਕਹੇ ਬਾਰਡਰ 'ਤੇ ਬੈਠਿਆਂ ਨੂੰ ਵੀ ਤੁਸੀਂ ਆਪਣੀ ਜਾਨ ਬਚਾਓ, ਉਹ ਫਿਰ ਦੇਸ਼ ਹਿੱਤੂ ਨਹੀਂ ਹੋ ਸਕਦਾ। ਜਥੇਦਾਰ ਹਰਪ੍ਰੀਤ ਸਿੰਘ ਜੋ ਇਸ ਵੇਲੇ ਡਿਊਟੀ ਨਿਭਾ ਰਹੇ ਨੇ, ਸਾਨੂੰ ਮਾਣ ਹੈ ਔਰ ਆਸ ਰੱਖਦੇ ਹਾਂ ਕਿ ਇਸੇ ਤਰ੍ਹਾਂ ਆਪਣੀ ਡਿਊਟੀ ਨਿਭਾਉਂਦੇ ਰਹਿਣਗੇ। ਜੋ ਅਕਾਲ ਤਖਤ ਸਾਹਿਬ ਦੇ ਫਰਜ਼ ਹੈ ਜਥੇਦਾਰ ਦੇ, ਉਹ ਫਰਜ਼ ਇਸ ਵੇਲੇ ਤੱਕ ਨਿਭਾ ਰਹੇ ਹੈ। ਸਾਰੀ ਕੌਮ ਨੂੰ ਉਹਨਾਂ ਦਾ ਸਾਥ ਦੇਣਾ ਚਾਹੀਦਾ। ਬਿਲਕੁਲ ਜੀ। ਸੋ ਇਹ ਸਨ ਪ੍ਰਿੰਸੀਪਲ ਸੁਰਿੰਦਰ ਸਿੰਘ ਜੀ, ਜਿਨ੍ਹਾਂ ਵੱਲੋਂ ਜੋ ਇਕਬਾਲ ਸਿੰਘ ਹੋਰਾਂ ਨੇ ਬਿਆਨ ਦਿੱਤਾ ਉਹਦੇ ਬਾਰੇ ਆਪਣੇ ਵਿਚਾਰ ਗੁਰਬਾਣੀ ਦੇ ਅਨੁਸਾਰ, ਗੁਰਮਤ ਦੇ ਅਨੁਸਾਰ ਰੱਖੇ ਗਏ ਨੇ। ਤੇ ਨਾਲ ਹੀ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਸਤਿਕਾਰਯੋਗ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜੋ ਕਾਰਜ ਨੇ ਉਹਨਾਂ ਦੀ ਸ਼ਲਾਘਾ ਕੀਤੀ ਹੈ। ਬਹੁਤ ਸਾਰੇ ਵਿਦਵਾਨ ਨੇ ਜਿਹੜੇ ਕਿਸੇ ਵੇਲੇ ਜਥੇਦਾਰ ਦੀ ਆਲੋਚਨਾ ਕਰਿਆ ਕਰਦੇ ਸੀ, ਪਰ ਸਤਿਕਾਰ ਦੀਆਂ ਨਜ਼ਰਾਂ ਨਾਲ ਅੱਜ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਵੇਖਿਆ ਜਾ ਰਿਹਾ ਹੈ। ਲੱਗ ਰਿਹਾ ਵੀ ਕੌਮ ਨੂੰ ਇੱਕ ਸੂਝਵਾਨ ਅਤੇ ਚੰਗਾ, ਇੱਕ ਸੱਚਮੁੱਚ ਡਾਕਟਰ ਦੀ ਡਿਗਰੀ ਜਿਹੜੀ ਉਹ ਕਰ ਰਿਹਾ ਵੀ ਸੱਚਮੁੱਚ ਇੱਕ ਸੂਝਵਾਨ ਜਥੇਦਾਰ ਮਿਲਿਆ ਹੈ। ਗੁਰਬਾਣੀ ਦੇ ਜੋ ਸਿਧਾਂਤਾਂ 'ਤੇ, ਗੁਰਮਤ ਦੇ ਸਿਧਾਂਤਾਂ 'ਤੇ ਖਰਾ ਉਤਰਦਾ ਨਜ਼ਰ ਆ ਰਿਹਾ ਤੇ ਉਸ ਨੂੰ ਕੌਮ ਬਹੁਤ ਸਤਿਕਾਰ ਦੇ ਰਹੀ ਹੈ। ਕਿਉਂਕਿ ਬਹੁਤ ਸਾਰੇ ਲੋਕ ਇਹ ਕਹਿੰਦੇ ਸੀ ਵੀ ਇਹ ਤਾਂ ਜੀ ਅਕਾਲ ਤਖਤ ਸਾਹਿਬ ਨੂੰ ਜਾਂ ਜਥੇਦਾਰ ਨੂੰ ਜੀ ਟਾਰਗੇਟ ਕਰਨਾ ਇਹਨਾਂ ਦਾ ਫਰਜ਼ ਹੈ। ਪਰ ਜਿਹੜੇ ਲੋਕ ਕਦੇ ਟਾਰਗੇਟ ਕਰਿਆ ਕਰਦੇ ਸੀ ਉਹ ਅੱਜ ਕੈਮਰਿਆਂ 'ਤੇ ਖੁੱਲ੍ਹ ਕੇ ਬੋਲਦੇ ਨੇ ਵੀ ਜੇਕਰ ਕੌਮ ਨੂੰ ਕੋਈ ਚੰਗਾ ਜਥੇਦਾਰ ਹੁਣ ਮਿਲਿਆ ਹੈ ਤਾਂ ਉਹ ਗਿਆਨੀ ਹਰਪ੍ਰੀਤ ਸਿੰਘ ਜੀ ਨੇ। ਸੋ ਅੱਜ ਦੀ ਇਹ ਮੁਲਾਕਾਤ ਦੇ ਵਿੱਚੋਂ ਬਹੁਤ ਸਾਰੀਆਂ ਗੱਲਾਂ ਤੁਹਾਨੂੰ ਸਿੱਖਣ ਨੂੰ ਵੀ ਮਿਲੀਆਂ ਹੋਣਗੀਆਂ ਤੇ ਬਹੁਤ ਸਾਰੇ ਸਵਾਲਾਂ ਦੇ ਜਵਾਬ
ਉਹਨਾਂ ਲੋਕਾਂ ਨੂੰ ਵੀ ਮਿਲੇ ਹੋਣਗੇ ਜਿਹੜੇ ਉਸ ਬਿਆਨ ਦਾ ਸਮਰਥਨ ਕਰਦੇ ਨੇ, ਜਾਂ ਫਿਰ ਉਹਨਾਂ ਲੋਕਾਂ ਨੂੰ ਵੀ ਹੁਣ ਪਤਾ ਲੱਗਿਆ ਹੋਵੇਗਾ ਵੀ ਅੱਗੇ ਆਪਾਂ ਕੀ ਕਰਨਾ ਹੈ। ਤੇ ਇਸ ਦੇ ਵਿੱਚ ਇਹ ਵੀ ਵੇਖਣਾ ਹੋਵੇਗਾ ਕਿ ਗਿਆਨੀ ਹਰਪ੍ਰੀਤ ਸਿੰਘ ਜੀ ਇਸ ਮਾਮਲੇ ਦੇ ਵਿੱਚ ਆਪਣਾ ਕੀ ਸਪਸ਼ਟੀਕਰਨ ਦਿੰਦੇ ਨੇ ਜਾਂ ਕੀ ਇਹਦੇ 'ਤੇ ਬਿਆਨ ਦਿੰਦੇ ਨੇ ਤੇ ਕੀ ਜਵਾਬ ਦਿੱਤਾ ਜਾਂਦਾ ਹੈ ਇਕਬਾਲ ਸਿੰਘ ਹੋਰਾਂ ਨੂੰ ਤੇ ਨਰਿੰਦਰ ਮੋਦੀ ਦੇ ਉਸ ਭਾਸ਼ਣ ਵਿੱਚੋਂ ਲਏ ਗਏ ਬਿਆਨ ਵਿੱਚ। ਹਾਂਜੀ, ਮੈਂ ਇੱਕ ਗੱਲ ਤੁਹਾਡੇ ਮੀਡੀਆ ਦੇ ਰਾਹੀਂ, ਚੈਨਲ ਦੇ ਰਾਹੀਂ ਜੀ ਲੋਕਾਂ ਨੂੰ, ਖਾਸ ਕਰਕੇ ਸਿੱਖ ਪੰਥ ਨੂੰ ਅਪੀਲ ਕਰਨੀ ਚਾਹੁੰਦਾ ਕਿ ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੇ ਹਿੰਦੂ ਧਰਮ ਦੀ ਖਾਤਰ ਜਾਂ ਧਰਮ ਦੀ ਆਜ਼ਾਦੀ ਖਾਤਰ ਸ਼ਹਾਦਤ ਦਿੱਤੀ ਸੀ ਜੀ ਤੇ ਆਉਣ ਵਾਲੇ ਸਮੇਂ ਦੇ ਵਿੱਚ 1 ਅਪ੍ਰੈਲ 1921 ਨੂੰ ਜੀ 2021 ਨੂੰ ਗੁਰੂ ਪਾਤਸ਼ਾਹ ਦਾ 400 ਸਾਲਾ ਪ੍ਰਕਾਸ਼ ਦਿਹਾੜਾ ਮਨਾਉਣ ਦੀਆਂ ਕੌਮ ਤਿਆਰੀਆਂ ਕਰ ਰਹੀ ਹੈ। ਹਾਂਜੀ, ਮੈਂ ਬੇਨਤੀ ਕਰਾਂਗਾ ਕਿ ਆਪਣੇ ਧਰਮ ਦੇ ਭਲੇ ਵਾਸਤੇ ਵੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਤੋਂ ਸੇਧ ਲਈਏ। ਜੇ ਗੁਰੂ ਪਾਤਸ਼ਾਹ ਦੂਜੇ ਧਰਮਾਂ ਦੀ ਖਾਤਰ ਸ਼ਹਾਦਤਾਂ ਦਾ ਜਾਮ ਪੀ ਸਕਦੇ ਨੇ ਤੇ ਅਸੀਂ ਵੀ ਥੋੜ੍ਹੀ ਇੱਕ ਕੁਰਬਾਨੀ ਕਰੀਏ। ਜਿਹੜੇ ਸਾਡੇ ਗਿਆਨੀ ਇਕਬਾਲ ਸਿੰਘ ਜੀ ਵਰਗੇ ਹੋਰ ਸੈਂਕੜੇ ਹੈ ਜਿਹੜੇ ਖੁੱਲ੍ਹ ਕੇ ਨਹੀਂ ਬੋਲ ਰਹੇ, ਪਰ ਵਿੱਚੋਂ ਹਮਾਇਤੀ ਸ਼ਕਲਾਂ ਸਿੱਖਾਂ ਵਾਲੀਆਂ ਨੇ, ਪਰ ਹਮਾਇਤ ਜਿਹੜੀ ਹੈ ਉਹ ਗੁਰੂ ਗ੍ਰੰਥ ਸਾਹਿਬ 'ਤੇ ਵਿਸ਼ਵਾਸ ਨਹੀਂ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਬਰਾਬਰ ਹੋਰ ਗ੍ਰੰਥਾਂ ਦੀ ਪ੍ਰੋੜਤਾ ਕਰਨ ਦਾ ਕਾਰਨ ਹੀ ਇਹ ਹੈ ਵੀ ਇੱਥੇ ਸਾਰੇ ਸਮਾਜ ਨੂੰ ਇਕੱਠੇ ਕੀਤਾ। 6 ਬ੍ਰਾਹਮਣਾਂ ਦੀ, ਮਹਾਂਪੁਰਸ਼ਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ, 6 ਮੁਸਲਮਾਨ ਮਹਾਂਪੁਰਸ਼ਾਂ ਦੀ ਬਾਣੀ, 6 ਗੁਰੂ ਸਾਹਿਬਾਨ ਦੀ, 6 ਦਲਿਤ ਭਾਈਚਾਰੇ ਦੇ ਮਹਾਂਪੁਰਸ਼, ਬਾਬਾ ਧੰਨਾ ਜੀ, ਬਾਬਾ ਰਵਿਦਾਸ ਜੀ, ਬਾਬਾ ਕਬੀਰ ਜੀ, ਬਾਬਾ ਸਧਨਾ ਜੀ, ਬਾਬਾ ਸੈਨ ਜੀ, ਇਹ 6 ਮਹਾਂਪੁਰਸ਼ਾਂ ਦੀ ਬਾਣੀ ਜਿਨ੍ਹਾਂ ਨੂੰ ਦਲਿਤ ਭਾਈਚਾਰਾ ਕਿਹਾ ਜਾਂਦਾ। ਇਹ ਬਰਾਬਰ ਦਾ ਮਾਣ ਗੁਰੂ ਪਾਤਸ਼ਾਹ ਨੇ ਸਾਰੇ ਧਰਮਾਂ ਨੂੰ ਦਿੱਤਾ ਸੀ। ਤੇ ਮੈਂ ਆਪਣੇ ਭਾਈਚਾਰੇ ਨੂੰ ਬੇਨਤੀ ਕਰਾਂਗਾ ਕਿ ਆਉਣ ਵਾਲੀ 1 ਮਈ ਨੂੰ ਸ਼ਾਇਦ ਮਨਾਉਣਾ ਹੈ ਜੀ ਗੁਰਪੁਰਬ ਆਪਣਾ 400 ਸਾਲਾ। ਉਦੋਂ ਤੱਕ ਕਮ ਸੇ ਕਮ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੇ 15 ਰਾਗਾਂ ਵਿੱਚ 59 ਸ਼ਬਦ ਤੇ 57 ਸ਼ਲੋਕ ਯਾਦ ਨੇ। ਜੇ ਤੁਹਾਨੂੰ ਯਾਦ ਨਹੀਂ ਹੁੰਦੇ, ਮੇਰੇ ਵਰਗੇ ਬਜ਼ੁਰਗ ਜਿਹੜੇ 60-65 ਸਾਲ ਦੇ ਹੋ ਗਏ, ਉਹਨਾਂ ਨੂੰ ਯਾਦਾਸ਼ਤ ਹੁਣ ਕਮਜ਼ੋਰ ਹੋ ਗਈ ਵੀ, ਕਮ ਸੇ ਕਮ ਆਪਣੇ ਬੱਚਿਆਂ ਨੂੰ, ਪੁੱਤ ਪੋਤਰਿਆਂ ਨੂੰ ਇੰਨੇ ਕੁ ਸਮੇਂ ਦੇ ਵਿੱਚ ਗੁਰੂ ਤੇਗ ਬਹਾਦਰ ਜੀ ਦੇ ਸ਼ਲੋਕ ਤੇ ਸ਼ਬਦ ਕੰਠ ਕਰਾ ਦਿਓ ਤਾਂ ਕਿ ਸਾਡਾ 400 ਸਾਲਾ ਮਨਾਇਆ ਹੋਇਆ ਜਿਹੜਾ ਇਤਿਹਾਸ ਹੈ, ਇਹ ਸ਼ਤਾਬਦੀ ਹੈ, ਉਹ ਸਫਲ ਹੋ ਸਕੇ ਤੇ ਸੱਜ ਧੱਜ ਦੇ ਨਾਲ ਸ਼ਤਾਬਦੀ ਨੂੰ ਮਨਾਈਏ ਜਿਵੇਂ ਗੁਰੂ ਤੇਗ ਬਹਾਦਰ ਜੀ ਨੇ ਕੁਰਬਾਨੀ ਕੀਤੀ। ਅਸੀਂ ਵੀ ਥੋੜ੍ਹਾ ਨਿੱਜੀ ਲਾਲਚਾਂ ਤੋਂ ਉੱਤੇ ਉੱਠ ਕੇ, ਭਾਵੇਂ ਉਹ ਸਿਆਸੀ ਲਾਲਚ ਨੇ, ਭਾਵੇਂ ਉਹ ਧਾਰਮਿਕ ਲਾਲਚ ਨੇ, ਭਾਵੇਂ ਆਰਥਿਕ ਲਾਲਚ ਨੇ, ਉਹਨਾਂ ਨੂੰ ਤਿਆਗ ਕੇ ਗੁਰੂ ਤੇਗ ਬਹਾਦਰ ਜੀ ਵਰਗਾ ਤਿਆਗ ਦਾ ਸਬੂਤ ਦਿੰਦੇ ਹੋਏ ਖਾਲਸਾ ਪੰਥ ਦੀ ਚੜ੍ਹਦੀ ਕਲਾ ਲਈ ਯਤਨਸ਼ੀਲ ਹੋਈਏ। ਮੈਂ ਇਹ ਅੰਤਲਾ ਸੁਨੇਹਾ ਆਪ ਜੀ ਦਾ ਤਹਿ ਦਿਲੋਂ ਧੰਨਵਾਦ ਕਰਦਾ ਹੋਇਆ ਜਗਦੀਪ ਜੀ, ਨਾਲ ਹੀ ਤੁਹਾਡੇ ਵੀਰ ਜੀ, ਮੈਂ ਨਾਮ ਤੋਂ ਜਾਣੂ ਨਹੀਂ, ਸੱਜਣ ਸਿੰਘ ਜੀ ਤੇ ਤੁਹਾਡੇ ਚੈਨਲ ਦੇ ਸਾਰੇ ਪ੍ਰਬੰਧਕਾਂ ਦੇ ਰਾਹੀਂ ਇਹ ਸੁਨੇਹਾ ਦੇਣਾ ਚਾਹੁੰਦਾ ਸੀ। ਕੁਦਰਤੀ ਗੁਰੂ ਤੇਗ ਬਹਾਦਰ ਸਾਹਿਬ ਨੇ ਮੈਨੂੰ ਚੇਤਾ ਕਰਵਾਤਾ, ਫਤਿਹ ਬੁਲਾਉਂਦੇ ਸੋ ਇਹ ਸੁਨੇਹਾ ਤੁਹਾਡੇ ਰਾਹੀਂ ਪਹੁੰਚਾਉਣਾ ਸੀ। ਬਹੁਤ ਬਹੁਤ ਧੰਨਵਾਦ ਤੁਹਾਡਾ। ਭੁੱਲ ਗਲਤੀ ਲਈ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।